ਅੱਜ ਆਪਾਂ ਜਿਹੜੀ ਸਪੈਸ਼ਲ ਕੈਂਪੇਨ ਮਾਨਯੋਗ ਸੀਐਮ ਸਾਹਿਬ ਨੇ ਸ਼ੁਰੂ ਕੀਤੀ ਡਰੱਗਸ ਦੇ ਖਿਲਾਫ, ਉਹ 'ਚ 3 ਮਹੀਨੇ ਹੋ ਗਏ ਅੱਜ। ਔਰ ਇਹ 3 ਮਹੀਨੇ ਬਾਅਦ ਪਹਿਲੀ ਕਾਨਫਰੰਸ ਤੋਂ ਲੈ ਕੇ ਪ੍ਰੈਸ ਕਾਨਫਰੰਸ ਤੋਂ ਲੈ ਕੇ ਅੱਜ 3 ਮਹੀਨੇ ਦਾ ਟਾਈਮ ਹੋ ਗਿਆ। ਸੋ ਇਸ ਸਮੇਂ ਦੇ ਦੌਰਾਨ ਟੋਟਲ ਜਿਹੜੀਆਂ FIR ਦਰਜ ਹੋਈਆਂ ਨੇ ਉਹ 4444 FIR ਦਰਜ ਹੋਈਆਂ। 4444 4444 ਔਰ ਜਿਹੜੇ ਅਕਿਊਜ਼ਡ ਅਰੈਸਟ ਹੋਏ ਆ ਉਹ 5824 ਅਕਿਊਜ਼ਡ ਅਰੈਸਟ ਹੋਏ ਆ। ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਕੇਸ ਆ ਇਹਦੇ ਵਿੱਚ ਉਹ 461 ਕੇਸ ਆ ਔਰ 916 ਜਿਹੜੇ ਨੇ ਵੱਡੇ ਸਮਗਲਰ ਅਰੈਸਟ ਹੋਏ ਇਸ ਪੀਰੀਅਡ ਦੇ ਵਿੱਚ। ਮੀਡੀਅਮ ਕੁਆਂਟੀਟੀ ਦੇ 3266 ਕੇਸ ਦਰਜ ਹੋਏ ਆ ਔਰ ਸਮਾਲ ਕੁਆਂਟੀਟੀ ਦੇ 717 ਕੇਸ ਦਰਜ ਹੋਏ ਆ। 3266 ਔਰ ਸਮਾਲ ਕੁਆਂਟੀਟੀ ਦੇ 717 ਕੇਸ। ਸਭ ਤੋਂ ਵੱਧ ਜਿਹੜੀਆਂ FIR ਦਰਜ ਹੋਈਆਂ ਇਸ ਪੀਰੀਅਡ ਦੇ ਦੌਰਾਨ ਉਹ CP ਅੰਮ੍ਰਿਤਸਰ ਦੇ ਏਰੀਆ 'ਚ ਹੋਈਆਂ, ਜਿਹੜੀਆਂ 370 FIR ਔਰ 305 FIR ਫਿਰੋਜ਼ਪੁਰ 'ਚ ਹੋਈਆਂ ਔਰ ਪਟਿਆਲੇ ਦੇ ਵਿੱਚ 234 FIR ਦਰਜ ਹੋਈਆਂ। ਕਮਰਸ਼ੀਅਲ ਕੁਆਂਟੀਟੀ ਦੀਆਂ FIR ਦੀ ਜਦੋਂ ਆਪਾਂ ਜ਼ਿਲ੍ਹਾ ਵਾਈਜ਼ ਗੱਲ ਕਰਦੇ ਹਾਂ ਤਾਂ ਪਟਿਆਲੇ ਦੇ ਵਿੱਚ 36, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 29 FIR ਔਰ ਮਾਨਸਾ ਦੇ ਵਿੱਚ 26 FIR ਦਰਜ ਹੋਈਆਂ। ਮੀਡੀਅਮ ਕੁਆਂਟੀਟੀ ਦੀਆਂ FIRs ਦੇ ਵਿੱਚ CP ਅੰਮ੍ਰਿਤਸਰ ਦੇ ਵਿੱਚ 323, ਫਿਰੋਜ਼ਪੁਰ ਦੇ ਵਿੱਚ 274 ਐਂਡ ਕਪੂਰਥਲਾ ਦੇ ਵਿੱਚ 185 FIRs। ਇਸ ਸਮੇਂ ਦੇ ਦੌਰਾਨ ਜਿਹੜੀ ਰਿਕਵਰੀ ਹੋਈ ਆ ਉਹ ਹੈਰੋਇਨ ਦੀ ਰਿਕਵਰੀ ਜਿਹੜੀ ਆ ਟੋਟਲ 350.5 ਕਿਲੋ ਰਿਕਵਰੀ ਹੋਈ ਆ, ਜਿਹਦੇ ਵਿੱਚੋਂ 147.5 ਕਿਲੋ ਜਿਹੜੀ ਰਿਕਵਰੀ ਆ ਉਹ ਗੁਜਰਾਤ ਤੇ ਮਹਾਰਾਸ਼ਟਰਾ ਦੀਆਂ ਪੋਰਟਸ ਤੋਂ ਹੋਈ ਸੀਗੀ ਔਰ 203 ਕਿਲੋ ਜਿਹੜੀ ਰਿਕਵਰੀ ਆ ਉਹ ਪੰਜਾਬ ਦੇ ਅੰਦਰੋਂ ਹੋਈ ਆ। OPM ਦੀ 251 ਕਿਲੋ ਦੀ ਰਿਕਵਰੀ ਹੋਈ ਹੈ। ਪੌਪੀ ਹਸਕ ਦੀ 26,178 ਕਿਲੋ ਦੀ ਰਿਕਵਰੀ ਹੋਈ ਹੈ। ਗਾਂਜਾ ਦੀ 178 ਕਿਲੋ ਦੀ ਰਿਕਵਰੀ ਹੋਈ ਹੈ। ਟੈਬਲੇਟਸ, ਪਿਲਸ, ਇੰਜੈਕਸ਼ਨਸ ਜਿਹੜੇ ਮੈਡੀਕਲ ਡਰੱਗਸ ਆ ਉਹ ਟੋਟਲ 21,76,000 ਦੀ ਰਿਕਵਰੀ ਹੋਈ ਹੈ। ਚਰਸ ਦੀ 22 ਕਿਲੋ ਦੀ ਰਿਕਵਰੀ, ਨਾਰਕੋਟਿਕ ਪਾਊਡਰ ਦੀ 24 ਕਿਲੋ ਦੀ। ਜਿਹੜਾ ਡਰੱਗ ਮਨੀ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰ ਹੋਇਆ ਇਸ ਸਮੇਂ ਦੇ ਦੌਰਾਨ, 4 ਕਰੋੜ ਤੇ 15 ਲੱਖ ਜਿਹੜਾ ਰੁਪਇਆ ਉਹ ਡਰੱਗ ਮਨੀ ਹੈ ਜਿਹੜਾ ਉਹ ਵੱਖ-ਵੱਖ ਜ਼ਿਲ੍ਹਿਆਂ ਨੇ ਰਿਕਵਰ ਕੀਤਾ। ਔਰ ਜਿਸ ਤਰ੍ਹਾਂ ਆਪਾਂ POs ਦੇ ਖਿਲਾਫ NDPS ਐਕਟ POs ਦੇ ਖਿਲਾਫ ਇੱਕ ਸਪੈਸ਼ਲ ਕੈਂਪੇਨ ਚਲਾਈ ਗਈ ਆ, ਉਹਦੇ 'ਚ ਹੁਣ ਤੱਕ 354 NDPS ਐਕਟ ਦੇ PO ਜਿਹੜੇ ਅਰੈਸਟ ਹੋ ਚੁੱਕੇ ਆ। ਸੋ ਇਹ ਕਾਫੀ ਵੱਡੀ ਮਾਤਰਾ ਦੇ ਵਿੱਚ ਇਸ ਸਮੇਂ ਦੇ ਦੌਰਾਨ 3 ਮਹੀਨੇ ਦੇ ਦੌਰਾਨ POs ਦੀ ਅਰੈਸਟ, ਇਸੇ ਤਰ੍ਹਾਂ ਸਮਗਲਰਸ ਦੀ, ਵੱਡੇ ਸਮਗਲਰਸ ਦੀ ਜਿੱਦਾਂ 916 ਮੈਂ ਦੱਸਿਆ ਕਿ ਵੱਡੇ ਸਮਗਲਰਸ ਅਰੈਸਟ ਹੋਏ ਆ ਔਰ ਬੜੀ ਵੱਡੀ ਕੁਆਂਟੀਟੀ ਦੇ ਵਿੱਚ ਡਰੱਗਸ ਜਿਹੜੀਆਂ ਨੇ ਇਸ ਪੀਰੀਅਡ ਦੇ ਦੌਰਾਨ ਰਿਕਵਰ ਹੋਈਆਂ। ਸੋ ਇਹਦੇ 'ਚ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਜ਼ਿਲ੍ਹਾ ਵਾਈਜ਼ ਪਰਫਾਰਮੈਂਸ ਸਾਰੇ ਜ਼ਿਲ੍ਹਿਆਂ ਦੀ ਅਸੀਂ ਚੈੱਕ ਕਰਦੇ ਹਾਂ ਔਰ ਉਸੇ ਹਿਸਾਬ ਦੇ ਨਾਲ ਅੱਗੇ ਫਰਦਰ ਡਾਇਰੈਕਸ਼ਨਸ ਜਿਹੜੀਆਂ ਨੇ ਮਾਨਯੋਗ DGP ਸਾਹਿਬ ਉਹ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਆ ਇੱਕ ਪਰਫਾਰਮੈਂਸ ਰਿਵਿਊ ਕਰਕੇ ਫਿਰ ਉਹਨਾਂ ਨੂੰ ਡਾਇਰੈਕਸ਼ਨ ਵੀ ਦਿੱਤੀ ਜਾਂਦੀ ਹੈ, ਜਿਹਦੇ ਵਜੋਂ ਇਹ ਜਿਹੜੇ ਸਾਰਥਿਕ ਜਿਹੜੇ ਆ ਵਧੀਆ ਨਤੀਜੇ ਜਿਹੜੇ ਆ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਰਹੇ ਆ। ਇਹਦੇ ਵਿੱਚ ਜਿਹੜੀ ਹੈਰੋਇਨ ਦੀ ਰਿਕਵਰੀ ਆ ਉਹ 350.5 ਕਿਲੋ ਦੀ ਆ, ਜਿਹਦੇ ਵਿੱਚੋਂ 203 ਕਿਲੋ ਜਿਹੜੀ ਆ ਉਹ ਪੰਜਾਬ ਦੇ ਅੰਦਰੋਂ ਰਿਕਵਰ ਹੋਈ ਆ ਔਰ 147.5 ਕਿਲੋ ਜਿਹੜੀ ਆ ਉਹ ਦੂਜੀਆਂ ਸਟੇਟਸ ਤੋਂ, ਜਿਹਦੇ ਵਿੱਚ ਗੁਜਰਾਤ ਤੇ ਮਹਾਰਾਸ਼ਟਰਾ ਦੀਆਂ ਜਿਹੜੀਆਂ ਪੋਰਟਸ ਆ ਉੱਥੋਂ ਰਿਕਵਰ ਹੋਈ ਆ। OPM ਦੀ ਜਿਹੜੀ ਰਿਕਵਰੀ ਆ ਉਹ 251 ਕਿਲੋ ਆ। ਪੌਪੀ ਹਸਕ ਦੀ 26,178 ਕਿਲੋ। ਗਾਂਜਾ ਦੀ ਜਿਹੜੀ ਰਿਕਵਰੀ ਆ ਉਹ 178 ਕਿਲੋ 178 kg। ਟੈਬਲੇਟਸ, ਪਿਲਸ, ਇੰਜੈਕਸ਼ਨਸ ਜਿਹੜੇ ਨੇ ਮੈਡੀਕਲ ਜਿਹੜੇ ਡਰੱਗਸ ਨੇ ਉਹ 21,76,000 ਦੀ ਕੁਆਂਟੀਟੀ ਆ ਉਹਦੀ ਰਿਕਵਰੀ ਦੀ। ਚਰਸ ਦੀ 22 ਕਿਲੋ ਦੀ ਰਿਕਵਰੀ ਹੈ। ਨਾਰਕੋਟਿਕ ਪਾਊਡਰ ਦੀ 24 ਕਿਲੋ ਦੀ ਔਰ ਜਿਹੜੀ ਡਰੱਗ ਮਨੀ ਆ ਉਹ 4 ਕਰੋੜ 15 ਲੱਖ ਰੁਪਏ ਦੀ ਡਰੱਗ ਮਨੀ ਦੀ ਰਿਕਵਰੀ ਹੈ। ਔਰ POs ਜਿਹੜੇ ਗ੍ਰਿਫਤਾਰ ਹੋਏ ਆ ਉਹ 354 POs ਗ੍ਰਿਫਤਾਰ ਹੋਏ ਇਸ ਪੀਰੀਅਡ ਦੇ ਦੌਰਾਨ। ਸੋ ਇਹ 3 ਮਹੀਨੇ ਦੀ ਸਾਡੀ ਜਿਹੜੀ ਆ ਰਿਕਵਰੀ ਹੈ। ਇਸ ਤੋਂ ਇਲਾਵਾ ਇਸ ਹਫਤੇ ਦੇ ਵਿੱਚ ਜਿਹੜਾ ਇਹ ਹਫਤਾ ਪਿੱਛੇ ਗੁਜ਼ਰਿਆ ਹੈ ਉਸ ਹਫਤੇ ਦੇ ਵਿੱਚ 293 FIR ਦਰਜ ਹੋਈਆਂ ਔਰ 392 ਅਕਿਊਜ਼ ਜਿਹੜੇ ਅਰੈਸਟ ਹੋਏ ਆ ਔਰ 30 FIR ਜਿਹੜੀਆਂ ਨੇ ਕਮਰਸ਼ੀਅਲ ਕੁਆਂਟੀਟੀ ਦੀਆਂ ਦਰਜ ਹੋਈਆਂ ਔਰ 53 ਜਿਹੜੇ ਨੇ ਵੱਡੇ ਸਮਗਲਰ ਜਿਹੜੇ ਨੇ ਉਹ ਪਿਛਲੇ ਹਫਤੇ ਦੇ ਦੌਰਾਨ ਗ੍ਰਿਫਤਾਰ ਹੋਏ ਆ। ਔਰ ਰਿਕਵਰੀ ਜਿਹੜੀ ਪਿਛਲੇ ਹਫਤੇ ਦੀ ਸੀਗੀ ਉਹ 8 ਕਿਲੋ ਦੀ ਹੈਰੋਇਨ ਦੀ ਰਿਕਵਰੀ ਆ, 30 ਕਿਲੋ OPM
ਇਹ ਉਹਦੇ ਵਿੱਚ ਹੈ ਜੀ, ਹਾਂਜੀ ਇਹ ਉਹਦੇ ਵਿੱਚ ਹੀ ਹੈ। ਉਹ ਹੈਗੀ ਆ ਟੋਟਲ 3 ਮਹੀਨੇ ਦੀ ਰਿਕਵਰੀ। ਜਦੋਂ ਆਪਾਂ 2 ਜੁਲਾਈ ਤੋਂ ਆਪਾਂ ਸ਼ੁਰੂ ਕੀਤਾ, ਜਿਹੜੀ ਆ ਪਿਛਲੇ ਹਫਤੇ ਦੀ ਰਿਕਵਰੀ ਆ ਇਹ ਉਹਦਾ ਪਾਰਟ ਹੀ ਆ, 3 ਮਹੀਨੇ ਵਾਲੀ ਦਾ ਪਾਰਟ ਹੀ ਆ, ਉਹਦੇ ਵਿੱਚ ਹੀ ਹੈ ਰਿਕਵਰੀ। ਸੋ ਪੋਪੀ ਹਸਕ 581 ਕਿਲੋ ਔਰ ਗਾਂਜਾ 10 ਕਿਲੋ ਜਿਹੜਾ ਪਿਛਲੇ ਹਫਤੇ ਹੋਇਆ। ਔਰ ਇਸੇ ਤਰ੍ਹਾਂ ਜਿਹੜੇ ਪੀਓ ਦੇ ਅਰੈਸਟ ਹੋਏ ਆ ਉਹ 19 ਪੀਓ ਅਬਸਕੌਂਡਰਸ ਅਰੈਸਟ ਹੋਏ ਆ। ਸੋ ਹਰ ਹਫਤੇ ਸਾਡੇ ਕਰੀਬ ਜਿਹੜੇ ਆ ਉਹ 20 ਤੋਂ 25 ਦੇ ਕਰੀਬ ਜਿਹੜੇ ਪੀਓਜ਼ ਹਰ ਹਫਤੇ ਅਰੈਸਟ ਹੋ ਰਹੇ ਆ। ਸੋ ਇਹ ਮੇਨ ਫੋਕਸ ਏਰੀਆ ਹੈ ਪੀਓਜ਼ ਦਾ, ਔਰ ਇਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਹੈ ਕਿ ਵੱਧ ਤੋਂ ਵੱਧ ਜਿਹੜੇ ਐਨਡੀਪੀਐਸ ਐਕਟ ਦੇ ਪੀਓ ਆ ਉਹਦੇ ਉੱਤੇ ਪੁਲਿਸ ਕੰਮ ਕਰੇ, ਉਹਨਾਂ ਨੂੰ ਅਰੈਸਟ ਕਰਨ ਵਾਸਤੇ ਕੰਮ ਕਰੇ, ਜਿਹੜਾ ਕਿ ਕੀਤਾ ਜਾ ਰਿਹਾ ਪੁਲਿਸ ਵੱਲੋਂ। ਸਰ ਜਿਹੜੀ ਇੱਕ 200 ਕਰੋੜ ਦੀ ਜਿਹੜੀ ਡਰੱਗਸ ਜਿਹੜੀ ਕੀਤੀ ਸੀ ਮਹਾਰਾਸ਼ਟਰ ਤੇ ਪੰਜਾਬ ਦੀ ਜੇਲ੍ਹਾਂ 'ਚ ਬੰਦ, ਅਜੇ ਕੋਈ ਕੰਕਰੀਟ ਉਹਦੇ ਬਾਰੇ ਚ ਆਈ ਨਹੀਂ ਇਨਫੋਰਮੇਸ਼ਨ ਜੀ, ਬਿਕੋਜ਼ ਉਦੋਂ ਪ੍ਰੈਸ ਦੇ ਵਿੱਚ ਇਹ ਖਬਰ ਆਈ ਸੀਗੀ, ਪਰ ਅਜੇ ਤੱਕ ਕੋਈ ਇਦਾਂ ਦੀ ਇਨਫੋਰਮੇਸ਼ਨ ਜਾਂ ਇਦਾਂ ਦਾ ਕੋਈ ਸਾਡੇ ਕੋਲ ਜਾਣਕਾਰੀ ਜਿਹੜੀ ਆ ਕੁਐਰੀ ਜਿਹੜੀ ਅਜੇ ਆਈ ਨਹੀਂ ਆ। ਉਹ ਆਏਗੀ ਫਿਰ ਹੀ ਉਹਦੇ ਪਾਸੇ ਵੱਲ ਨੂੰ ਤਫਤੀਸ਼ ਚੱਲੇਗੀ ਉਸ ਪਾਸੇ ਵੱਲ। ਹਾਂ ਨਿਕਲਦੇ ਆ ਜੀ, ਨਿਕਲਦੇ ਆ, ਬਿਲਕੁਲ ਨਿਕਲਦੇ ਆ। ਸਰ ਕਈ ਚੀਜ਼ਾਂ ਉਹਦੇ 'ਚ ਆ ਰਹੀਆਂ। ਨਹੀਂ ਉਹਦੇ ਵਿੱਚ ਦੇਖੋ ਜਿਹੜਾ ਉਹ ਇੰਚਾਰਜ ਸੀਗਾ ਸੀਆਈਏ ਦਾ ਪ੍ਰਿਤਪਾਲ ਸਿੰਘ, ਉਹਦੀ ਡਾਇਰੈਕਟ ਉਹਦੇ 'ਚ ਇਨਵੋਲਵਮੈਂਟ ਆ, ਉਹਦੇ ਕਰਕੇ ਹੀ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਹੈ। ਉਹਨੂੰ ਐਸਐਸਪੀ ਮਾਨਸਾ ਨੇ 311 ਆਰਟੀਕਲ 311 ਲਾ ਕੇ ਉਹਨੂੰ ਡਿਸਮਿਸ ਕੀਤਾ ਹੈ। ਔਰ ਹੁਣ ਤੱਕ ਦੀ ਜਿਹੜੀ ਤਫਤੀਸ਼ ਹੋਈ ਆ ਉਹਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਆਈ ਆ। ਉਹਨੂੰ ਉਹ ਇਕੱਲਾ ਹੀ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਆਪਣੇ ਸਰਕਾਰੀ ਘਰ ਦੇ ਵਿੱਚ ਲੈ ਕੇ ਗਿਆ ਸੀਗਾ, ਜਿੱਥੋਂ ਉਹ ਅਬਸਕੌਂਡ ਕਰ ਗਿਆ। ਸੋ ਉਹਦੇ 'ਚ ਕੋਈ ਦੂਸਰੀ ਰਾਏ ਨਹੀਂ ਹੈਗੀ, ਉਹਦੀ ਬੜੀ ਸਿੱਧੀ ਇਨਵੋਲਵਮੈਂਟ ਹੈ। ਦੇਖੋ ਇਹਦੇ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੋਈ ਪਤਾ ਲੱਗਿਆ ਹੋਵੇ, ਕਿਉਂਕਿ 27 ਤਰੀਕ ਨੂੰ ਉਹਨੂੰ ਲੈ ਕੇ ਆਏ ਸੀ ਪ੍ਰੋਡਕਸ਼ਨ, ਚੌਥੀ ਵਾਰ ਲੈ ਕੇ ਆਏ ਸੀ ਪ੍ਰੋਡਕਸ਼ਨ ਵਾਰੰਟ ਤੇ, ਕਿ ਡਾਇਰੈਕਟ ਇਨਵੋਲਵਮੈਂਟ ਸੀਗੀ ਇਸ ਤੋਂ ਪਹਿਲਾਂ ਵੀ? ਨਹੀਂ ਦੇਖੋ ਜਿਹੜਾ ਇਹ ਪਰਟੀਕੂਲਰ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਉਹਨੂੰ ਲੈ ਕੇ ਗਿਆ ਆਪਣੀ ਗੱਡੀ 'ਚ, ਸਰਕਾਰੀ ਘਰ ਦੇ ਵਿੱਚ ਲੈ ਕੇ ਗਿਆ, ਸਰਕਾਰੀ ਘਰ ਦੇ ਵਿੱਚੋਂ ਬੰਦਾ ਜਿਹੜਾ ਸੀਗਾ ਅਕਿਊਜ਼ਡ ਜਿਹੜਾ ਸੀਗਾ ਉਹ ਅਬਸਕੌਂਡ ਕਰ ਗਿਆ, ਇਹ ਗੱਲ ਤਾਂ ਕਲੀਅਰ ਆ ਬਿਲਕੁਲ। ਜਿਹੜਾ ਪੁਰਾਣਾ ਉਹਦਾ ਉਹਨਾਂ ਨਾਲ ਕੀ ਕਨਾਈਵੈਂਸ ਸੀਗੀ ਜਾਂ ਪੁਰਾਣਾ ਕੋਈ ਉਹਨਾਂ ਦਾ ਆਪਸ 'ਚ ਕੋਈ ਗੱਠਜੋੜ ਸੀਗਾ, ਉਹ ਚੀਜ਼ ਜਿਹੜੀ ਆ ਉਹ ਅਜੇ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਆ, ਉਹ ਪੁਲਿਸ ਅਜੇ ਇਨਵੈਸਟੀਗੇਟ ਕਰ ਰਹੀ ਹੈ। ਉਹਦੇ ਫੋਨ ਦੀਆਂ ਡਿਟੇਲਸ, ਬਾਕੀ ਫਾਈਨੈਂਸ਼ੀਅਲ ਟ੍ਰੇਲਸ ਚੈੱਕ ਕੀਤੀਆਂ ਜਾ ਰਹੀਆਂ। ਅਜੇ ਤੱਕ ਅਜੇ ਮੁੱਢਲੀ ਜਾਣਕਾਰੀ ਤੋਂ ਇਹ ਗੱਲਾਂ ਅਜੇ ਪਤਾ ਨਹੀਂ ਲੱਗ ਸਕੀਆਂ। ਨਹੀਂ ਇਹਦੇ ਬਾਰੇ 'ਚ ਦੇਖੋ ਪ੍ਰੋਟੋਕੋਲ ਜਿਹੜੇ ਨੇ ਸਟੈਂਡਰਡ ਆਪਰੇਟਿੰਗ ਪ੍ਰੋਟੋਕੋਲ ਸੈੱਟ ਨੇ, ਜਿੱਥੇ ਕੋਈ ਹਾਰਡਕੋਰ ਗੈਂਗਸਟਰ ਆ ਉੱਥੇ ਪ੍ਰੋਪਰ ਸਿਕਿਉਰਿਟੀ ਹੋਣੀ ਚਾਹੀਦੀ ਹੈ। ਇਹ ਤਾਂ ਇੱਕ ਕ੍ਰਿਮੀਨਲ ਐਕਟ ਆ, ਇਹ ਤਾਂ ਜਿਹੜਾ ਬੰਦੇ ਨੂੰ ਕਸਟਡੀ ਹੈਂਡਓਵਰ ਕੀਤੀ, ਜਿਹਦੀ ਸੁਪਰਵਿਜ਼ਨ ਸੀਗੀ, ਜਿਹਨੇ ਉਹਨੂੰ ਰੱਖਣਾ ਸੀਗਾ, ਜਿਹਨੇ ਗਾਈਡਲਾਈਨਸ ਨੂੰ ਲਾਗੂ ਕਰਨਾ ਸੀਗਾ, ਜਦੋਂ ਉਹ ਆਪ ਹੀ ਨਾਲ ਉਹਦੀ ਕਨਾਈਵੈਂਸੀ ਹੋ ਗਈ ਤਦੇ ਹੀ ਉਹਦੇ ਖਿਲਾਫ ਵੀ ਐਫਆਈਆਰ ਦਰਜ ਹੋਈ ਹੈ, ਤਦੇ ਉਹ ਅਰੈਸਟ ਹੋਇਆ ਹੈ। ਸੋ ਇਹ ਤਾਂ ਇੱਕ ਕ੍ਰਿਮੀਨਲ ਐਕਟ ਆ। ਜਿਸ ਤਰੀਕੇ ਦੇ ਨਾਲ ਪ੍ਰਿਤਪਾਲ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈਗਾ, ਕੋਈ ਹੱਥਕੜੀ ਉਸਦੇ ਵੀ ਨਹੀਂ ਲੱਗੀ ਔਰ ਨਾਲ ਉਸਦੇ ਪੁਲਿਸ ਕਰਮੀ ਇਦਾਂ ਚੱਲ ਰਹੇ ਹੈ ਜਿੱਦਾਂ ਪ੍ਰਿਤਪਾਲ ਦੇ ਸਿਕਿਉਰਿਟੀ ਗਾਰਡ ਹੋਣ। ਪ੍ਰਿਤਪਾਲ ਲੱਗਦਾ ਕਿ ਅਕਿਊਜ਼ਡ ਹੈਗਾ, ਖੁਦ ਜਾ ਕੇ ਗੱਡੀ 'ਚ ਬੈਠਦਾ ਹੈਗਾ, ਲੱਗਦਾ ਹੈ ਕਿ ਹਾਲੇ ਵੀ ਕਿਸੇ ਪੁਲਿਸ ਦਾ ਅਧਿਕਾਰੀ ਆਪਣੀ ਡਿਊਟੀ ਤੇ ਜਾ ਰਿਹਾ ਹੈਗਾ। ਨਹੀਂ ਉਹ ਚੀਜ਼ ਜਿਹੜੀ ਚੈੱਕ ਹੋ ਜਾਏਗੀ, ਉਹ ਤਾਂ ਦੇਖੋ ਹੱਥਕੜੀ ਜਿਹੜੀ ਹੁੰਦੀ ਹੈ ਨਾ ਜੀ, ਉਹ ਪ੍ਰੋਪਰ ਕੋਰਟ ਦੀ ਪਰਮਿਸ਼ਨ ਤੋਂ ਬਾਅਦ ਲਗਾਈ ਜਾਂਦੀ ਹੈ, ਉਹਦੇ ਵਿੱਚ ਵੀ ਗਾਈਡਲਾਈਨਸ ਨੇ। ਬਟ ਮੈਨੂੰ ਜਿਹੜਾ ਤੁਸੀਂ ਸਪੈਸੀਫਿਕ ਕੁਐਰੀ ਹੈ ਇਹਦੇ ਬਾਰੇ 'ਚ ਨਹੀਂ ਮੈਨੂੰ ਜਾਣਕਾਰੀ ਹੈਗੀ, ਉਹ ਚੈੱਕ ਹੋ ਜਾਏਗਾ। ਕਿਸੇ ਆਰੋਪੀ ਨੂੰ ਜੇ ਪੇਸ਼ ਕਰਨਾ ਹੈਗਾ ਤਾਂ ਲੱਗਦਾ ਕਿ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਏਗਾ ਜੇਕਰ ਕੋਈ ਵੀ ਆਮ ਬੰਦਾ ਹੋਵੇ? ਦੇਖੋ ਪੁਲਿਸ ਦਾ ਕੰਮ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਕੋਰਟ 'ਚ ਪੇਸ਼ ਕਰਨਾ ਵਾ, ਇੰਸ਼ੋਰ ਕਰਨਾ ਕਿ ਉਹ ਬੰਦਾ ਕਸਟਡੀ 'ਚੋਂ ਨਾ ਦੌੜੇ। ਉਹ ਕਿਸ ਤਰੀਕੇ ਦੇ ਨਾਲ ਪੇਸ਼ ਕਰਨਾ ਐ ਸੱਚ ਕੋਈ ਇਦਾਂ ਦਾ ਨਹੀਂ ਹੈਗਾ ਕਿ ਇਦਾਂ ਹੀ ਪੇਸ਼ ਕਰਨਾ। ਇੱਕ ਸਵਾਲ ਹੈ ਇਹਦੇ ਵਿੱਚ ਸਰ ਕਿ ਬਹੁਤ ਵੱਡੀ ਗੱਲ ਹੈ ਕਿ ਇਹ ਕੈਟੇਗਰੀ ਦਾ ਗੈਂਗਸਟਰ ਦੀਪਕ ਟੀਨੂ ਕਰੀਬ 35 ਤੋਂ ਵੀ ਜ਼ਿਆਦਾ ਮਾਮਲੇ ਉਹਦੇ ਦਰਜ ਹੈ, ਤੇ ਖੁਦ ਜਿਹੜਾ ਸੀਆਈਏ ਇੰਚਾਰਜ ਉਹਨੂੰ ਲੈ ਕੇ ਆਇਆ ਪ੍ਰੋਡਕਸ਼ਨ ਵਾਰੰਟ ਤੇ ਉਹਨੂੰ ਵੀਆਈਪੀ ਦੇ ਰਿਹਾ ਟ੍ਰੀਟਮੈਂਟ, ਆਪਣੀ ਗੱਡੀ 'ਚ ਲੈ ਕੇ ਜਾ ਰਿਹਾ ਹੈ, ਮੋਬਾਈਲ ਉਹਨੂੰ ਦਿੱਤਾ ਹੋਇਆ, ਹੱਥਕੜੀ ਨਹੀਂ ਲਾਈ ਨਹੀਂ, ਬਿਨਾਂ ਸਿਕਿਉਰਿਟੀ ਤੇ, ਬਿਨਾਂ ਕਿਸੇ ਅਫਸਰ ਨੂੰ ਦੱਸੇ। ਕਹਿ ਸਕਦੇ ਕਿ ਬਹੁਤ ਵੱਡੀ ਗੱਲ ਹੈ ਕਿ ਕਿੰਨਾ ਕਿ ਦੇਖੋ ਇਹ ਸਾਰਾ ਜਿਹੜਾ ਤਦੇ ਹੀ ਉਹਨੂੰ ਅਰੈਸਟ ਕਰਕੇ ਉਹਦਾ 4 ਦਿਨ ਦਾ ਪੁਲਿਸ ਰਿਮਾਂਡ ਲਿਆ ਹੋਇਆ। ਸਾਰੇ ਤੱਥ ਜਿਹੜੇ ਤੁਸੀਂ ਕਹਿ ਰਹੇ ਹੋ ਇਹ ਸਾਰੇ ਤੱਥ ਐਗਜ਼ਾਮਿਨ ਹੋਣਗੇ ਕਿ ਕੀ ਜਿਹੜਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਫਿਰ ਆਪਣੇ ਘਰ ਲੈ ਕੇ ਗਿਆ, ਕੀ ਉਹਦਾ ਕੋਈ ਪਹਿਲਾਂ ਤੋਂ ਉਹਦੇ ਨਾਲ ਕੋਈ ਕਨੈਕਸ਼ਨ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਟੀਮ ਲੱਗੀ ਹੋਈ ਆ। ਬਿਲਕੁਲ ਜੀ ਬਿਲਕੁਲ। ਦੇਖੋ ਇਹਦੇ ਵਿੱਚ ਜੇ ਇੱਕ ਕਿਸੇ ਵੀ ਲੈਵਲ ਦੇ ਅਫਸਰ ਨੇ ਗਲਤੀ ਕੀਤੀ ਆ
ਸਭ ਤੋਂ ਸਖਤ ਐਕਸ਼ਨ ਕੀ ਹੁੰਦਾ ਹੈ, ਕਿਸੇ ਦੇ ਖਿਲਾਫ ਪਰਚਾ ਦਰਜ ਕਰਨਾ ਔਰ ਉਹਨੂੰ ਡਿਸਮਿਸ ਕਰਨਾ। ਸੋ ਉਹ ਪੁਲਿਸ ਨੇ ਲੈ ਲਿਆ। ਇਹ ਇੱਕ ਤਰ੍ਹਾਂ ਦਾ ਲੈਸਨ ਆ ਬਾਕੀਆਂ ਵਾਸਤੇ, ਜਿਹੜੇ ਬਾਕੀ ਪੁਲਿਸ ਅਫੀਸ਼ੀਅਲਸ ਜਿਹੜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ, ਉਹ ਇੱਕ ਤਰ੍ਹਾਂ ਦਾ ਇਹ ਇੱਕ ਡੈਟਰੈਂਟ ਐਕਸ਼ਨ ਹੈ ਕਿ ਇਹ ਇੰਨੀ ਸਖਤ ਕਾਰਵਾਈ ਹੋਊਗੀ। ਸੋ ਜੋ ਬੰਦੇ ਬਾਕੀ ਫਰਦਰ ਜਿਹੜੇ ਪੁਲਿਸ ਅਫੀਸ਼ੀਅਲਸ ਇਨਵੈਸਟੀਗੇਟ ਕਰ ਰਹੇ, ਉਹਨਾਂ ਵਾਸਤੇ ਇੱਕ ਲੈਸਨ ਆ ਕਿ ਜੇ ਕੋਈ ਇਦਾਂ ਦੀ ਗਲਤੀ ਕਰੇਗਾ, FIR ਵੀ ਦਰਜ ਹੋਏਗੀ, ਡਿਸਮਿਸ ਵੀ ਹੋਏਗਾ, ਅਰੈਸਟ ਵੀ ਹੋਏਗਾ। 120 ਸੈਕਸ਼ਨ ਲਾਈ ਗਈ ਹੈ, ਯਾਨੀ ਕਿ ਕਹਿ ਸਕਦੇ ਹਾਂ ਕਿ ਹੋਰ ਵੀ ਇਨਵੋਲਵਮੈਂਟ ਇਹਦੀ ਹੋ ਸਕਦੀ ਹੈ। 120 ਤਾਂ ਸਿੱਧੀ ਹੈ ਜੀ, ਜੇ ਪ੍ਰਿਤਪਾਲ ਐਂਡ ਜਿਹੜਾ ਦੀਪਕ ਟੀਨੂ ਸੀ, ਦੋਨਾਂ ਦੇ ਉੱਤੇ FIR ਦਰਜ ਹੋਈ ਹੈ। 120 ਤਾਂ ਕਨਸਪੀਰੇਸੀ ਦਾ ਹੈ। ਜੇ ਫਰਦਰ ਕਿਸੇ ਦਾ ਰੋਲ ਇਹਦੇ ਵਿੱਚ ਆਏਗਾ ਡਿਊਰਿੰਗ ਇਨਵੈਸਟੀਗੇਸ਼ਨ, ਉਹਦੇ ਖਿਲਾਫ ਵੀ ਕਾਰਵਾਈ ਹੋਏਗੀ। ਜੇ ਪਰਿਵਾਰ ਦੀ ਗੱਲ ਕੀਤੀ ਹੈ, ਸੰਤੁਸ਼ਟ ਨਹੀਂ ਹੈ ਤਾਂ CCTV ਫੁਟੇਜ ਲੈਣ ਦੇ ਉੱਤੇ ਮਾਨਸਾ ਪਹੁੰਚੇ ਨੇ। ਅਜੇ ਝੁਨੀਰ ਦੀ ਗੱਲ ਕੀਤੀ ਹੈ, CCTV ਫੁਟੇਜ ਲੈਣਗੇ, ਪੁਲਿਸ ਤੇ ਵਿਸ਼ਵਾਸ ਨਹੀਂ ਹੈ ਤਾਂ ਕਾਰਵਾਈ ਨਹੀਂ ਕਰ ਰਹੀ। ਵੀ ਉਹ ਇਹ ਵੀ ਕਹਿ ਰਹੇ ਕਿ ਅਸੀਂ ਨੰਬਰ ਜਾਰੀ ਕਰਾਂਗੇ ਜਲਦੀ ਜਿਹੜੀ ਕਾਰਵਾਈ। ਦੇਖੋ, ਉਹ ਐਪਰੀਹੈਂਸ਼ਨ ਹੁੰਦੀ ਹੈ ਜੀ, ਹਰ ਕੰਪਲੇਨੈਂਟ ਨੂੰ, ਹਰ ਵਿਕਟਿਮ ਨੂੰ ਹੁੰਦੀ ਆ। ਅਸੀਂ ਤਾਂ ਆਪਣੇ ਵੱਲੋਂ ਇਹ ਛੋਟ ਹੀ ਦੇ ਸਕਦੇ ਹਾਂ, ਕਿਉਂਕਿ ਦੇਖੋ ਇਹਦੇ 'ਚ ਜੇ ਕਿਸੇ ਨੇ ਗਲਤੀ ਕੀਤੀ ਹੈ, ਉਹਦੇ ਖਿਲਾਫ ਸਖਤ ਐਕਸ਼ਨ ਹੋ ਗਿਆ। ਸੋ ਇਹ ਤਾਂ ਨਹੀਂ, ਛੋਟੀ ਜਿਹੀ ਨੈਗਲੀਜੈਂਸ ਨਹੀਂ ਹੈ ਜੀ, ਇਹ ਬਹੁਤ ਵੱਡੀ ਨੈਗਲੀਜੈਂਸ ਹੈ। ਮਹਿਲਾ ਮਿੱਤਰ ਦੀ ਗੱਲ ਆ ਰਹੀ ਹੈ ਕਿ ਮਹਿਲਾ ਮਿੱਤਰ ਨੂੰ ਵੀ ਪਹਿਲਾਂ ਮਿਲਵਾਉਣ ਗਿਆ ਸੀਗਾ ਹੋਟਲ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਜੀ, ਉਹ ਵੈਰੀਫਾਈ ਕੀਤੀਆਂ ਜਾ ਰਹੀਆਂ। ਉਹ ਹੋਟਲ ਵਾਲੀ ਗੱਲ ਅਜੇ ਤੱਕ ਦੀ ਇਨਵੈਸਟੀਗੇਸ਼ਨ ਦੇਖੋ, ਅੱਗੇ ਇਨਵੈਸਟੀਗੇਸ਼ਨ ਅਜੇ ਤਾਂ ਇਟਸ ਅ ਕੰਟੀਨਿਊਸ ਪ੍ਰੋਸੈਸ। ਅਜੇ ਤੱਕ ਇਹ ਗੱਲ ਨਹੀਂ ਸਾਹਮਣੇ ਆਈ, ਬਟ ਉਹ ਪਾਰਟ ਨੂੰ ਵੀ ਇਨਵੈਸਟੀਗੇਟ ਕੀਤਾ ਇਦਾਂ ਦੀ ਗੱਲ ਹੈਗੀ ਹੈ ਜਿਹਦੇ ਉੱਤੇ ਆਲਰੇਡੀ ਮਾਨਸਾ ਪੁਲਿਸ ਇਨਵੈਸਟੀਗੇਟ ਕਰ ਰਹੀ। ਇਦਾਂ ਦੀ ਗੱਲ ਸਾਹਮਣੇ ਆਈ ਆ ਜਿਹੜੀ ਕਿ ਆ ਰਹੀ ਆ, ਬਟ ਉਹਨੂੰ ਸਟੈਬਲਿਸ਼ ਕਰਨ ਵਾਸਤੇ ਥੋੜੀ ਜਿਹੀ ਹੋਰ ਤਫਤੀਸ਼ ਦੀ ਜ਼ਰੂਰਤ ਹੈ। ਗਿੱਲ ਸਾਹਿਬ, ਕਿਹਾ ਜਾ ਰਿਹਾ ਕਿ ਪੈਸੇ ਵੀ ਕਢਾਏ ਗਏ ਹੈ ਗੈਂਗਸਟਰ ਦੇ ਵੱਲੋਂ, ਕਿ ਪ੍ਰਿਤਪਾਲ ਨੂੰ ਕਿਤੇ ਪੈਸੇ ਦਾ ਲਾਲਚ। ਇੰਨੀ ਮਾਈਨਿਊਟ ਡਿਟੇਲਸ ਅਜੇ ਨਹੀਂ ਆਈਆਂ ਜੀ ਇਹਦੇ ਵਿੱਚ। ਸੋ ਉਹ ਜਦੋਂ ਇਨਵੈਸਟੀਗੇਸ਼ਨ ਇੱਕ ਵਾਰੀ, ਕਿਉਂਕਿ ਪ੍ਰਿਤਪਾਲ ਦਾ ਰਿਮਾਂਡ ਲਿਆ ਹੋਇਆ ਹੈ, ਅੱਜ ਤੀਸਰਾ ਦਿਨ ਆ, ਫਰਦਰ ਇਨਵੈਸਟੀਗੇਸ਼ਨ ਹੋਏਗੀ, ਹੋਰ ਜੇ ਲੋੜ ਪਏਗੀ ਹੋਰ ਵੀ ਰਿਮਾਂਡ ਲਿਆ ਜਾਏਗਾ ਉਹਦਾ। ਸੋ ਜਿਹੜੀ ਇਹਦੀਆਂ ਕੜੀਆਂ ਨੇ, ਜੋ ਇਹਦੇ 'ਚ ਹੋਇਆ, ਉਹ ਸਾਰਾ ਐਸਟੈਬਲਿਸ਼ ਕੀਤਾ ਜਾਏਗਾ। ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਸਾਹਮਣੇ ਆਈ ਹੋਵੇ ਹਜੇ ਤੱਕ? ਪ੍ਰਾਇਮਰੀ ਇਨਵੈਸਟੀਗੇਸ਼ਨ ਨਹੀਂ, ਅਜੇ ਤੱਕ ਤਾਂ ਦੇਖੋ, ਲਾਲਚ ਕਿਸੇ ਕਿੰਨੀ ਵੱਡੀ ਲਾਪਰਵਾਹੀ ਅਜੇ ਤੱਕ ਤਾਂ ਇਹ ਚੀਜ਼ ਸਾਹਮਣੇ ਆਈ ਹੈ ਕਿ ਆਪਣੀ ਪ੍ਰਾਈਵੇਟ ਗੱਡੀ 'ਚ ਲੈ ਕੇ ਗਿਆ, ਆਪਣੇ ਸਰਕਾਰੀ ਘਰ ਦੇ ਵਿੱਚ ਲੈ ਕੇ ਗਿਆ। ਲੜਕੀ ਵਾਲੀ ਜਿਹੜੀ ਗੱਲ ਆ, ਉਹ ਚੀਜ਼ ਜਿਹੜੀ ਆ ਉਹ ਜ਼ਬਾਨੀ ਤੌਰ ਤੇ ਪਤਾ ਲੱਗਿਆ, ਬਟ ਉਹਨੂੰ ਅਜੇ ਫੈਕਟਸ ਨੂੰ ਵੈਰੀਫਾਈ ਕੀਤਾ ਜਾ ਰਿਹਾ ਵਾ। ਸੋ ਇੰਨੀਆਂ ਗੱਲਾਂ ਸਾਹਮਣੇ ਆ ਗਈਆਂ। ਫਾਈਨੈਂਸ਼ੀਅਲ ਟ੍ਰੇਲ ਦਾ ਅਜੇ ਤੱਕ ਐਵੀਡੈਂਸ ਨਹੀਂ ਆਇਆ, ਬਟ ਉਹਦੇ ਵਾਸਤੇ ਕਾਫੀ ਡੈਪਥ ਦੇ ਵਿੱਚ ਇਨਵੈਸਟੀਗੇਸ਼ਨ ਚਾਹੀਦੀ ਹੈ। ਕਿੰਨੀ ਕੁ ਸੱਚਾਈ ਹੈ ਕਿ ਵੀ ਜਿਹੜਾ 3 ਵਾਰ ਪ੍ਰੋਡਕਸ਼ਨ ਫਰੰਟ ਤੇ ਮਾਨਸਾ ਪੁਲਿਸ ਲੈ ਕੇ ਆਈ, 3 ਵਾਰੀ ਸਮਾ ਕੇ, ਉਸ ਤੋਂ ਬਾਅਦ ਚੌਥੀ ਵਾਰ ਲੈ ਕੇ ਆਈ ਹੈ ਕਿ ਇਹਨਾਂ ਤਿੰਨਾਂ ਦੇ ਦੌਰਾਨ ਜਿਹੜੀ ਪ੍ਰੋਡਕਸ਼ਨ ਫਰੰਟ ਆਏ ਤਾਂ ਉਹਨਾਂ ਨੂੰ ਦੇਖਿਆ ਵੀ ਕਿਸ ਤਰ੍ਹਾਂ ਕਿਉਂਕਿ ਬਾਰ-ਬਾਰ ਲੈ ਕੇ ਆਣਾ, ਕਿਉਂਕਿ ਹੁਣ ਖੁਲਾਸਾ ਹੋਇਆ। ਦੇਖੋ, ਜਦੋਂ ਤੱਕ ਇਨਵੈਸਟੀਗੇਸ਼ਨ ਚੱਲਦੀ ਹੁੰਦੀ ਹੈ ਨਾ ਜੀ, ਇੱਕ ਟੀਮ ਦੇ ਵਿੱਚ ਹਰ ਮੈਂਬਰ ਦੇ ਉੱਤੇ ਥੋੜਾ ਟਰਸਟ ਹੁੰਦਾ ਹੈ ਹਰ ਇੱਕ ਨੂੰ ਕਿ ਵੀ ਇਹ ਕੰਮ ਕਰ ਰਿਹਾ, ਠੀਕ ਕਰ ਰਿਹਾ। ਜਦੋਂ ਕੋਈ ਇਦਾਂ ਦੀ ਗੱਲ ਵਾਪਰਦੀ ਹੈ, ਉਸ ਤੋਂ ਬਾਅਦ ਦੇ ਵਿੱਚ ਪਿਛਲੇ ਜਿਹੜੇ ਆਪਾਂ ਚੀਜ਼ਾਂ ਫਿਰ ਉਹਨੂੰ ਫੋਲਦੇ ਆ ਕਿ ਇਹਦਾ ਕੀ ਕਾਰਨ ਸੀਗਾ। ਸੋ ਇਸ ਚੀਜ਼ ਨੂੰ ਡੂੰਘਾਈ 'ਚ ਦੇਖਣ ਦੀ ਜ਼ਰੂਰਤ ਆ। ਹੁਣ ਤੱਕ ਤਾਂ ਕਿਉਂਕਿ ਹਰ ਬੰਦਾ ਆਪਣਾ ਐਫਰਟ ਮੈਕਸਿਮਮ ਕਰਦਾ ਹੈ, ਸੁਪਰਵਾਈਜ਼ ਵੀ ਕਰਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ, ਹੁਣ ਇਹ ਤੱਥ ਵੀ ਦੇਖੇ ਜਾਣਗੇ ਕਿ ਕੋਈ ਇਦਾਂ ਦੀ। ਗਿੱਲ ਸਾਹਿਬ 2 ਤਰੀਕ ਨੂੰ ਤਰਨਤਾਰਨ ਪੁਲਿਸ ਹਰੀਕੇ ਥਾਣੇ ਦੇ ਵਿੱਚ ਸਮਾਜ ਸੇਵੀ ਲੱਖੇ ਸਿਧਾਣੇ ਦੇ ਖਿਲਾਫ ਪਰਚਾ ਦਿੰਦੀ ਹੈ। NDPS ਐਕਟ ਦੀਆਂ ਧਾਰਾਵਾਂ ਲੱਗਦੀਆਂ 29 ਤੇ 21, ਔਰ ਲੰਡਾ ਹਰੀਕੇ, ਜਿਸ ਦਾ ਕਿਹਾ ਜਾਂਦਾ ਕਿ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਦੇ ਵਿੱਚ ਉਹ ਸਾਜ਼ਿਸ਼ ਕਰਦਾ ਸੀਗਾ, ਉਹਦੇ ਨਾਲ ਉਹਦਾ ਨਾਮ ਜੋੜਿਆ ਜਾਂਦਾ ਲੱਖੇ ਸਿਧਾਣੇ ਦਾ। ਲੱਖਾ ਸਿਧਾਣਾ ਕਹਿੰਦਾ ਕਿ ਉਸ ਨੂੰ ਫਸਾਇਆ ਜਾ ਰਿਹਾ, ਔਰ ਅੱਜ ਹੀ ਲੰਡਾ ਹਰੀਕੇ ਨੇ ਪੋਸਟ ਪਾ ਕੇ ਇੰਸਟਾਗ੍ਰਾਮ ਤੇ ਇਹ ਕਿਹਾ ਕਿ ਸਾਡਾ ਦੁਸ਼ਮਣ ਸੀਗਾ ਲੱਖਾ ਸਿਧਾਣਾ, ਸਾਡਾ ਇਹਦੇ ਨਾਲ ਕੋਈ ਵਾਸਤਾ ਨਹੀਂ ਹੈਗਾ, ਲੈਣਾ ਦੇਣਾ ਦੂਰ ਦੂਰ ਤੱਕ ਨਹੀਂ ਹੈਗਾ, ਲੇਕਿਨ ਫਿਰ ਵੀ ਲੱਖੇ ਸਿਧਾਣੇ ਦਾ ਜਿਹੜਾ ਨਾਮ ਹੈਗਾ ਉਸ ਪਰਚੇ ਦੇ ਵਿੱਚ ਹੈ। ਮੇਰੀ ਨੌਲੇਜ 'ਚ ਨਹੀਂ ਹੈ ਜੀ, ਮੈਨੂੰ ਚੈੱਕ ਕਰਨਾ ਪਊਗਾ। ਸਰ, ਡਰੋਨ ਰਾਹੀਂ ਜਿਹੜੇ ਬੜਾ ਹੁਸ਼ਿਆਰ ਵੀ ਆ ਰਹੇ ਬਾਰ-ਬਾਰ, ਤੇ ਕਿੰਨੇ ਕਿ ਦੇਖੋ ਕਾਫੀ ਫਿਰੋਜ਼ਪੁਰ ਵਾਲਾ ਗਿਆ, ਅੱਜ ਅੰਮ੍ਰਿਤਸਰ ਰੂਰਲ ਦੇ ਮੌਕਾ ਡਰੋਨ ਦੀ ਜਿਹੜੀ ਐਕਟੀਵਿਟੀ ਰੋਕਣ ਵਾਸਤੇ ਪੰਜਾਬ ਪੁਲਿਸ ਬੇਸਿਕ ਕੀ ਕਰ ਰਹੀ, ਕਿਉਂਕਿ ਦੇਖੋ, ਡਰੋਨ ਦੀ ਜਿਹੜੀ ਹੈ ਨਾ ਜੀ, ਅਜੇ ਤੱਕ ਟੈਕਨੀਕਲੀ ਡਰੋਨ ਨੂੰ ਟਰੈਕ ਕਰਨਾ ਟੈਕਨੀਕਲੀ ਅਜੇ ਤੱਕ ਫੀਜ਼ੀਬਲ ਨਹੀਂ ਹੈਗਾ। ਉਹਦੇ ਵਾਸਤੇ ਜਿਹੜਾ ਪਿੱਛੇ ਵੀ ਆਪਾਂ ਸ਼ੁਰੂ ਕੀਤਾ ਸੀ, ਇੱਕ ਤਾਂ ਪੰਜਾਬ ਪੁਲਿਸ ਦੀ ਸੈਕੰਡ ਲਾਈਨ ਆਫ ਡਿਫੈਂਸ ਆ ਬਾਰਡਰ ਦੇ ਸਾਰੇ 'ਤੇ, ਜਿਹਦੇ ਵਿੱਚ ਜਦੋਂ ਆਪਾਂ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ। ਦੂਸਰਾ, ਜਿਹੜੇ ਲੋਕਲ SHOs ਨੇ, ਜਿਹੜੇ ਉਸ ਏਰੀਆ ਦੇ SHOs ਆ, ਉਹਨਾਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਨਾਲ ਸੰਪਰਕ ਕਰਕੇ, ਕਿਉਂਕਿ ਜਦੋਂ ਕੋਈ ਮੂਵਮੈਂਟ ਹੁੰਦੀ ਆ ਉਹ ਜ਼ਿਆਦਾਤਰ ਗਰਾਊਂਡ ਲੈਵਲ ਤੋਂ ਪਤਾ ਲੱਗਦੀ ਆ। ਔਰ ਤੀਸਰਾ ਹੈਗਾ ਜਿਹੜਾ ਇੰਟੈਲੀਜੈਂਸ ਬੇਸਡ ਆ, ਜਿਸ ਤਰ੍ਹਾਂ ਇਹ ਇੰਸੀਡੈਂਟ ਹੁਣ ਤੁਸੀਂ ਆ ਜਿਹੜਾ ਰੀਸੈਂਟਲੀ ਦੇਖਿਆ ਹੈ
ਕਿ ਪਹਿਲਾਂ 2 ਬੰਦੇ ਫੜੇ ਗਏ ਸੀਗੇ ਚਮਕੌਰ ਸਾਹਿਬ ਦੇ ਵਿੱਚ, ਇੱਕ ਵੀਜ਼ਾ ਨਾਮ ਦਾ ਬੰਦਾ ਸੀਗਾ, ਇੱਕ ਹੋਰ ਰਣਜੋਤ ਨਾਮ ਦਾ ਬੰਦਾ ਸੀਗਾ। ਉੱਥੋਂ ਇਹ ਪਤਾ ਲੱਗਿਆ ਕਿ ਜਿਹੜੀ RFK ਦੇ ਵਿੱਚ ਜਿਹੜਾ ਡਰੋਨ ਨੇ ਕੁਝ ਵੈਪਨ ਸੁੱਟੇ ਸੀਗੇ, ਉਹਦੇ ਨਾਲ ਵੀ ਉਹਨਾਂ ਦਾ ਲਿੰਕ ਨਿਕਲਿਆ। ਉਸ ਤੋਂ ਬਾਅਦ ਇੱਕ ਹਰਪ੍ਰੀਤ ਸਿੰਘ ਨਾਮ ਦਾ ਬੰਦਾ ਅੱਜ ਮੋਗਾ ਪੁਲਿਸ ਨੇ ਅਰੈਸਟ ਕੀਤਾ ਹੈ, ਉਹਦਾ ਵੀ ਲਿੰਕ ਆ ਉਹਨਾਂ ਨਾਲ। ਫਿਰ ਇੱਕ ਅੰਮ੍ਰਿਤਸਰ ਪੁਲਿਸ ਨੇ ਅਰੈਸਟ ਕੀਤਾ ਯੋਗਰਾਜ ਯੋਗੀ, ਜਿਹੜਾ ਬੰਦਾ ਰਾਜੋਕੇ ਪਿੰਡ ਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਤਾਂ ਪ੍ਰੋਐਕਟਿਵਨੈਸ ਦਿਖਾਉਂਦੀਆਂ ਪੰਜਾਬ ਪੁਲਿਸ ਦੀਆਂ, ਜਿਹੜੇ ਸਾਡੀਆਂ ਇੰਟੈਲੀਜੈਂਸ ਏਜੰਸੀਜ਼ ਨੇ ਵਿਦਿਨ ਦੀ ਡਿਪਾਰਟਮੈਂਟ, ਜਿਹੜੀਆਂ ਜਿੱਦਾਂ ਸਾਡੀ ਕਾਊਂਟਰ ਇੰਟੈਲੀਜੈਂਸ ਆ ਜਾਂ ਇੰਟਰਨਲ ਸਿਕਿਉਰਿਟੀ ਵਿੰਗ ਆ, ਉਹ ਪੂਰੀ ਤਰ੍ਹਾਂ ਮੁਸ਼ਤੈਦ ਨੇ ਐਕਟਿਵ ਨੇ ਇਸ ਕੰਮ ਦੇ ਉੱਤੇ। ਔਰ ਪੂਰੀ ਨਜ਼ਰ, ਪੂਰਾ ਡਾਟਾ ਬੈਂਕ, ਹਰ ਬੰਦੇ ਦਾ ਉਹਨਾਂ ਕੋਲ ਡਿਟੇਲਸ ਆ, ਕੌਣ ਬੰਦਾ ਕੀ ਕਰ ਰਿਹਾ, ਔਰ ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸੋ ਇਹ ਜੁਆਇੰਟ ਆਪਰੇਸ਼ਨਸ ਨੇ ਸਾਰੇ, ਜਿਹੜੇ ਕਿ ਕਾਊਂਟਰ ਇੰਟੈਲੀਜੈਂਸ, ਇੰਟਰਨਲ ਸਿਕਿਉਰਿਟੀ ਔਰ ਡਿਸਟ੍ਰਿਕਟ ਪੁਲਿਸ ਦੇ ਨੇ, ਜਿਸ ਤਰ੍ਹਾਂ ਮੋਗਾ 'ਚ ਹੋਇਆ, ਜਿਸ ਤਰ੍ਹਾਂ ਅੰਮ੍ਰਿਤਸਰ ਰੂਰਲ ਦੇ ਵਿੱਚ ਹੋਇਆ। ਔਰ ਇਹਨਾਂ ਦਾ ਜਿਹੜਾ ਲਿੰਕੇਜ ਆ, ਉਹ ਇੱਕ ਜਿਹੜਾ ਪਾਰਟ ਆ, ਜਿਹੜਾ ਮੋਗੇ ਵਾਲਾ ਪਾਰਟ ਆ, ਉਹਦੀ ਅਰਸ਼ ਢੱਲਾ ਦੇ ਨਾਲ ਪਾਈ ਗਈ ਹੈ ਲਿੰਕੇਜ। ਜਿਹੜਾ ਅੰਮ੍ਰਿਤਸਰ ਰੂਰਲ ਵਾਲਾ ਹੈ, ਜੋਗਰਾਜ ਵਾਲਾ ਜਿਹੜਾ ਹੈ, ਉਹਨਾਂ ਦੀ ਲਿੰਕੇਜ ਜਿਹੜੀ ਆ ਲੰਡਾ ਦੇ ਨਾਲ ਤੇ ਰਿੰਦਾ ਦੇ ਨਾਲ ਪਾਈ ਗਈ ਹੈ। ਸੋ ਇਹ ਪੂਰੀ ਤਰ੍ਹਾਂ ਐਕਟਿਵ ਆ, ਗਤੀਵਿਧੀਆਂ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਜਿਸ ਤਰ੍ਹਾਂ ਮਾਨਯੋਗ DGP ਸਾਹਿਬ ਨੇ ਵੀ ਦੱਸਿਆ ਕਿ ਪੰਜਾਬ ਪੁਲਿਸ ਬਹੁਤ ਮੁਸ਼ਤੈਦ ਆ, ਲੋਕਾਂ ਦੀ ਸਿਕਿਉਰਿਟੀ ਵਾਸਤੇ ਚਿੰਤਿਤ ਵੀ ਆ, ਐਫਰਟ ਵੀ ਕਰ ਰਹੀ ਆ, ਔਰ ਇੰਸ਼ੋਰ ਵੀ ਕਰਦੇ ਹਾਂ ਅਸੀਂ ਕਿ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਜਿਹੜੀ ਆ ਉਹਨੂੰ ਅੰਜਾਮ ਤੱਕ, ਜਿਹੜਾ ਗਲਤ ਅੰਜਾਮ ਤੱਕ ਬਿਲਕੁਲ ਨਹੀਂ ਪਹੁੰਚਣ ਦਿੱਤਾ ਜਾਏਗਾ। ਸਾਹਿਬ ਜਿਹੜੀ ਵੀ ਹੁਣ ਚੀਜ਼ ਹੋਈ ਹੈ ਦੀਪਕ ਟੀਨੂ ਵਾਲਾ ਇਸ਼ੂ, ਕਿਉਂਕਿ ਜੱਗੂ ਭਗਵਾਨਪੁਰੀਆ ਵੀ ਪੰਜਾਬ 'ਚ ਹੈ, ਲਗਾਤਾਰ ਇੰਟਰੋਗੇਸ਼ਨ ਕਰੀ, ਲਾਰੈਂਸ ਬਿਸ਼ਨੋਈ ਵੀ, ਸੰਪਤ ਨਹਿਰਾ ਵੀ ਲੈ ਕੇ ਆਏ, ਕਾਲੀ ਸ਼ੂਟਰ ਨੂੰ ਵੀ ਲੈ ਕੇ ਆਏ, ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਕਿਸ ਤਰ੍ਹਾਂ ਉਹਨਾਂ ਦੀ ਦੇਖੋ, ਉਹਨਾਂ ਦੀ ਸਿਕਿਉਰਿਟੀ ਕਾਫੀ ਟਾਈਟ ਆ। ਬਟ ਜਿਹੜਾ ਇੰਸੀਡੈਂਟ ਹੋਇਆ ਹੈ, ਇਹਨੇ ਇੱਕ ਹੋਰ ਲੈਸਨ ਜਿਹੜਾ ਸਿਖਾ ਦਿੱਤਾ ਹੈ ਕਿ ਕਿਸੇ ਵੀ ਇੱਕ ਇੰਡੀਵਿਜੂਅਲ ਤੇ ਟਰਸਟ ਨਹੀਂ ਕਰਨਾ ਚਾਹੀਦਾ, ਮਲਟੀ ਲੇਅਰਡ ਹੋਣਾ ਚਾਹੀਦਾ ਹੈ, ਕ੍ਰਾਸ ਚੈਕਿੰਗ ਹੋਣੀ ਚਾਹੀਦੀ ਹੈ ਹਰ ਇੱਕ ਦੀ ਸਿਕਿਉਰਿਟੀ ਦੀ। ਕਈ ਵਾਰੀ ਆਪਾਂ ਇੱਕ ਅਫੀਸ਼ੀਅਲ ਦੇ ਉੱਤੇ ਜਿਹੜਾ ਕੋਈ ਕੰਮ ਕਰ ਰਿਹਾ ਹੁੰਦਾ ਇੱਕ ਕੇਸ ਦੇ ਉੱਤੇ ਜ਼ਿਆਦਾ ਟਰਸਟ ਕਰ ਲੈਂਦੇ ਆ। ਸੋ ਹਰ ਚੀਜ਼ ਨੂੰ ਕ੍ਰਾਸ ਚੈੱਕ, ਸੁਪਰਵਿਜ਼ਨ ਦੀ ਹੋਰ ਜ਼ਿਆਦਾ ਜ਼ਰੂਰਤ ਆ। ਉਸ ਇੰਸੀਡੈਂਟ ਤੋਂ ਬਾਅਦ ਹੋਰ ਜ਼ਿਆਦਾ ਚੌਕਸ ਹੋ ਗਿਆ। ਨਹੀਂ, ਇਹ ਤਾਂ ਆਟੋਮੈਟਿਕ ਹੁੰਦਾ ਹੈ ਜੀ, ਇਹ ਤਾਂ ਉਸੇ ਦਿਨ ਹੀ ਹੋ ਗਿਆ। ਜਿਸ ਦਿਨ ਹੋਇਆ ਇੰਸੀਡੈਂਟ, ਨੈਕਸਟ ਡੇ, ਉਸੇ ਦਿਨ ਨੈਕਸਟ ਡੇ DGP ਸਾਹਿਬ ਨੇ ਇੱਕ ਸਾਰੇ SSP CPs ਨਾਲ, ਸੀਨੀਅਰ ਆਫੀਸਰਸ ਨਾਲ ਮੀਟਿੰਗ ਕਰਕੇ ਆਲਰੇਡੀ ਇੰਸਟਰਕਸ਼ਨਸ ਪਾਸ ਕਰਤੀਆਂ, ਔਰ ਹੋਰ ਕਲੋਜ਼ਲੀ ਮੋਨੀਟਰ ਕੀਤਾ ਜਾ ਰਿਹਾ ਹਰ ਬੰਦੇ ਨੂੰ। ਜਿੰਨੇ ਬੰਦੇ ਕਸਟਡੀ 'ਚ ਨੇ, ਜਿਹੜੇ ਹਾਰਡਕੋਰ ਕ੍ਰਿਮੀਨਲਸ ਨੇ, ਜਿਸ ਤਰ੍ਹਾਂ ਦਾ ਇਹ ਦੀਪਕ ਟੀਨੂ ਸੀਗਾ, ਉਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲਸ ਨੇ, ਉਹਨਾਂ ਦੀ ਬਹੁਤ ਕਲੋਜ਼ਲੀ ਸੁਪਰਵਾਈਜ਼ ਕੀਤਾ ਜਾ ਰਿਹਾ ਕਿ ਉਹਨਾਂ ਦੀਆਂ ਕੀ ਐਕਟੀਵਿਟੀਜ਼ ਆ ਥਰੂ ਆਊਟ ਥਾਣੇ ਤੱਕ। ਈਵਨ ਥਾਣੇ 'ਚ ਵੀ ਜੇ ਰਾਤ ਰੱਖਿਆ ਹੈ ਜਾਂ ਕਿਤੇ CIA ਸਟਾਫ 'ਚ ਰੱਖਿਆ ਹੈ, ਤਾਂ ਉਹ ਸੀਨੀਅਰ ਆਫੀਸਰਸ ਦੀ ਡਿਊਟੀ ਲਗਾਈ ਕਿ ਉਹਨੂੰ ਚੈੱਕ ਕਰਨ, ਔਰ ਜੇ ਉਹਨੂੰ ਉੱਥੋਂ ਕਿਤੇ ਲੋਕੇਟ ਕਰਨਾ, ਲੈ ਕੇ ਜਾਣਾ ਹੈ ਕਿਸੇ ਵੀ ਰਿਕਵਰੀ ਵਾਸਤੇ, ਤਾਂ ਇਹ ਇੱਕ ਬੰਦੇ 'ਤੇ ਡਿਪੈਂਡੈਂਟ ਨਾ ਹੋਵੇ ਆਪਰੇਸ਼ਨ। ਐਂਟਰੀ ਹੁੰਦੀ ਹੈ ਵੀ ਕਿੱਥੇ ਨੂੰ ਮੂਵਮੈਂਟ ਰਜਿਸਟਰ ਦੇ ਵਿੱਚ ਲੈ ਕੇ ਜਾ ਰਹੇ ਨੇ, ਉਹਦੇ ਵਿੱਚ ਕੀ ਮੁਨਸ਼ੀ ਦਾ ਵੀ ਭਾਗੀਦਾਰੀ ਹੋ ਸਕਦੀ ਹੈ? ਨਹੀਂ, ਉਹ ਚੀਜ਼ਾਂ ਚੈੱਕ ਕਰਨੀਆਂ ਪੈਣਗੀਆਂ ਜੀ ਅਜੇ, ਕਿਉਂਕਿ ਦੇਖੋ ਜਦੋਂ ਇੱਕ ਯੂਨਿਟ ਹੁੰਦਾ ਨਾ ਜੀ, ਚਾਹੇ ਉਹ CIA ਹੋਵੇ, ਥਾਣਾ ਹੋਵੇ, ਜਿਹੜਾ ਉਹਦਾ ਇੰਚਾਰਜ ਹੈ ਨਾ ਜੀ, ਉਹਦੀ ਰਿਸਪੌਂਸਿਬਿਲਿਟੀ ਹੁੰਦੀ ਆ। ਜੇ ਉਹਨੂੰ ਕਿਤੇ ਲੈ ਕੇ ਜਾ ਰਿਹਾ, ਥੱਲੇ ਵਾਲੇ ਬੰਦੇ ਉਹਨਾਂ ਨਹੀਂ ਪੁੱਛ ਸਕਦੇ। ਸੋ ਅੰਕੜੇ ਤੁਸੀਂ 3 ਮਹੀਨੇ ਦੇ ਲਗਾਤਾਰ ਦੱਸਿਆ ਹੈਗਾ, ਬੜੀ ਖੁਸ਼ੀ ਹੁੰਦੀ ਹੈ ਜਦੋਂ ਮਤਲਬ ਇਸ ਤਰੀਕੇ ਨਾਲ ਐਕਸ਼ਨ ਕਰਦੇ ਹੋ। ਤਾਂ ਪਿਛਲੀ ਸਰਕਾਰ ਵੇਲੇ ਵੀ ਸੀ ਕਿ ਨਸ਼ੇ ਦਾ ਲੱਕ ਉਹਨਾਂ ਨੇ ਤੋੜਤਾ। 3 ਮਹੀਨੇ 'ਚ ਜਿੰਨਾ ਤੁਸੀਂ FIR ਦਿਖਾਈਆਂ ਨੇ ਜਾਂ ਜਿੰਨਾ ਤੁਸੀਂ ਨਸ਼ਾ ਫੜਿਆ, ਸਾਨੂੰ ਲੱਗਦਾ ਕਿ ਬਹੁਤ ਤੁਸੀਂ ਕਰ ਲਿਆ ਹੈਗਾ, ਇਸ ਮਾਮਲੇ 'ਚ ਕਰ ਰਹੇ ਹੋ। ਕੀ ਸੱਚਮੁੱਚ ਕਿੰਨਾ ਤੁਸੀਂ ਕਰ ਪਾਏ ਹੋ, ਕਿੰਨੇ ਕੁ % ਜ਼ਮੀਨੀ ਪੱਧਰ ਦੇ ਉੱਤੇ ਕਰ ਪਾਏ ਹੋ, ਜਾਂ ਫਿਰ ਇਹ ਅੰਕੜਿਆਂ ਦੀ ਖੇਡ ਹੀ ਹੈ? ਪਿਛਲੀ ਸਰਕਾਰ ਵੇਲੇ ਵੀ ਅੰਕੜੇ ਨਹੀਂ, ਦੇਖੋ ਇਹ ਨਾ, ਜਿਹੜਾ ਮੈਂ ਕਿਸੇ ਪਾਰਟਿਕੂਲਰ ਟਾਈਮ ਪੀਰੀਅਡ ਬਾਰੇ ਗੱਲ ਨਹੀਂ ਕਰਦਾ, ਬਟ ਜਿੰਨੀ ਮੋਨੀਟਰਿੰਗ ਹੁਣ ਹੋ ਰਹੀ ਹੈ ਨਾ ਜੀ ਇਹਦੀ, ਇਸ ਪੂਰੇ ਪ੍ਰੋਸੈਸ ਦੀ, DGP ਸਾਹਿਬ ਦੇ ਲੈਵਲ ਤੋਂ ਲੈ ਕੇ ਥੱਲੇ ਤੱਕ, ਉਨੀ ਮੋਨੀਟਰਿੰਗ ਸ਼ਾਇਦ ਨਹੀਂ ਹੋਈ ਪਹਿਲਾਂ ਕਦੇ। ਕਿਉਂਕਿ ਹੁਣ ਜਿਹੜਾ ਫੋਕਸ ਹੈ, ਦੇਖੋ ਪਰਸੈਂਟੇਜ ਦੇ ਵਿੱਚ ਕਦੀ ਫਿਗਰਸ ਨਹੀਂ ਪਤਾ ਲੱਗਦੀਆਂ ਹੁੰਦੀਆਂ, ਗੱਲ ਹੁੰਦੀ ਕਿ ਗਰਾਊਂਡ ਲੈਵਲ ਦੇ ਉੱਤੇ ਕੀ ਉਹਦਾ ਅਸਰ ਦਿਖਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ। ਸੋ ਹਾਂਜੀ, ਇੱਕ ਦੇਖੋ ਜਿਹੜੀਆਂ ਮੂਵੀਜ਼ ਜਿਹੜੀਆਂ ਦੇਖੋ, ਬਿਲਕੁਲ ਖਤਮ ਕਦੀ ਨਹੀਂ ਹੁੰਦਾ ਜੀ, ਇਹ ਤਾਂ ਇੱਕ ਸਟਰਗਲ ਆ, ਇਟਸ ਅ ਵਾਰ। ਜਿੱਦਾਂ ਆਪਾਂ ਕਹਿੰਦੇ ਨਾ ਵੀ ਇਹ ਵਾਰ ਆ ਡਰੱਗਸ ਦੇ ਅਗੇਂਸਟ। ਸੋ ਵਾਰ ਜਿਹੜੀ ਆ ਲਗਾਤਾਰ ਜਾਰੀ ਰਹਿੰਦੀ ਆ, ਉਹਦੇ 'ਚ ਉਹਨੂੰ ਮਿਨੀਮਾਈਜ਼ ਕਰਨਾ ਹੁੰਦਾ ਹੈ। ਔਰ ਇਸ ਟਾਈਮ ਦੇ ਵਿੱਚ ਜੇ ਆਪਾਂ ਕਹੀਏ ਫ੍ਰੀ ਅਵੇਲੇਬਿਲਟੀ ਆ, ਉਹਦੇ 'ਤੇ ਬਹੁਤ ਸਖਤੀ ਆ। ਫਿਰ ਕੋਆਰਡਨ ਐਂਡ ਸਰਚ ਆਪਰੇਸ਼ਨਸ ਹੋ ਰਹੇ ਆ ਏਰੀਆ ਸਪੈਸੀਫਿਕ, ਫਿਰ ਹੌਟ ਸਪੌਟਸ ਆਈਡੈਂਟੀਫਾਈ ਕਰਕੇ ਉੱਥੇ ਆਪਰੇਸ਼ਨਸ ਹੋ ਰਹੇ ਆ।
ਵੀਡੀਓਜ਼ ਜਿਹੜੀਆਂ ਆਉਂਦੀਆਂ, ਜੇ ਕੋਈ ਵੀਡੀਓ ਆਉਂਦੀ ਹੈ ਉਹਨੂੰ ਇੰਨਾ ਸੀਰੀਅਸਲੀ ਦੇਖਿਆ ਜਾਂਦਾ ਕਿ ਮਾਈਨਿਊਟ ਲੈਵਲ ਤੱਕ ਜਾ ਕੇ ਦੇਖਿਆ ਜਾਂਦਾ ਹੈ ਕਿ ਉਹਦੀ ਕਈ ਵੀਡੀਓਜ਼ ਦੇ ਵਿੱਚ ਸੱਚਾਈ ਨਹੀਂ ਵੀ ਪਾਈ ਗਈ, ਪਰ ਜਿੱਥੇ ਜਿੱਥੇ ਸੱਚਾਈ ਪਾਈ ਜਾਂਦੀ ਆ, ਕਿਹੜੇ ਏਰੀਏ ਨੂੰ ਬਿਲੋਂਗ ਕਰਦੇ ਆ, ਕਿੱਥੋਂ ਉਹਦੀ, ਜੇ ਉਹਨੇ ਡਰੱਗਸ ਲਈ ਤਾਂ ਕਿੱਥੋਂ ਲਈ ਹੋ ਸਕਦੀ। ਸੋ ਹਰ ਚੀਜ਼ ਨੂੰ ਦੇਖੋ, ਇਹ ਇੱਕ ਕਨਸਟੈਂਟ ਸਟਰਗਲ ਹੁੰਦੀ ਆ। ਇਹ ਕਦੀ ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਇੰਨੀ ਤਰੀਕ ਨੂੰ ਖਤਮ ਹੋ ਗਿਆ। ਇਹ ਤਾਂ ਇਹ ਹੈ ਕਿ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਵੀ ਤੁਸੀਂ ਇਸ ਕੰਮ ਦੇ ਉੱਤੇ ਲੱਗੇ ਹੋਏ ਹੋ। ਲੇਕਿਨ ਉਸ ਤੋਂ ਬਾਅਦ ਕੱਲ ਜਿਵੇਂ ਕਿ ਇੱਕ ਆਪਰੇਸ਼ਨ ਚਿੱਟਾ ਦੇ ਨਾਂ ਤੋਂ ਅਸੀਂ ਇੱਕ ਪ੍ਰੋਗਰਾਮ ਚਲਾਇਆ ਸੀਗਾ ਹੁਸ਼ਿਆਰਪੁਰ ਦੇ ਵਿੱਚ ਖੁੱਲ੍ਹੇਆਮ ਜਿਹੜਾ ਕਿ ਨਸ਼ਾ ਵਿਕ ਰਿਹਾ ਸੀਗਾ ਸਰ। 10 ਸਾਲ ਦੇ ਬੱਚੇ ਟੀਕੇ ਲਾ ਰਹੇ ਆ ਆਪਣੇ ਆਪ ਨੂੰ। ਉਸ ਤੋਂ ਇਲਾਵਾ ਖੁੱਲ੍ਹੇਆਮ ਜਿਹੜੇ ਕਿ ਰਸਤੇ ਦੇ ਵਿੱਚ ਲੋਕੀ ਜਿਹੜੇ ਕਿ ਨਸ਼ਾ ਕਰਕੇ ਪਏ ਹੋਏ ਆ, ਉਹਨਾਂ ਨੂੰ ਨਹੀਂ ਪਤਾ। ਨਹੀਂ, ਉਹ ਤੁਸੀਂ, ਉਹ ਇਸੇ ਲਈ ਆਪਾਂ ਇਹ ਪ੍ਰੈਸ ਕਾਨਫਰੰਸ ਕਰਦੇ ਹਾਂ ਨਾ ਜੀ, ਵੀ ਜਿਹੜੀ ਚੀਜ਼ਾਂ ਦੇਖੋ, ਹੁਣ ਤੁਸੀਂ ਕੋਈ ਚੀਜ਼ ਧਿਆਨ 'ਚ ਲਿਆਓਗੇ, ਹਰ ਵਾਰੀ ਕੁਛ ਨਾ ਕੁਛ ਨਵੀਂ ਚੀਜ਼ ਪਤਾ ਲੱਗਦੀ ਹੈ। ਤਾਂ ਨੈਕਸਟ ਵੀਕ ਦੇ ਵਿੱਚ ਯੂ ਵਿਲ ਸੀ। ਦੇਖੋ, ਇਹ ਮੇਰਾ ਜਾਂ ਪੰਜਾਬ ਪੁਲਿਸ ਇਕੱਲੀ ਦਾ ਕੰਮ ਨਹੀਂ, ਇਹ ਸਾਰਿਆਂ ਦਾ ਕੰਮ ਆ। ਇਹ ਤੁਹਾਡਾ ਵੀ ਕੰਮ ਆ, ਸਾਡਾ ਵੀ ਕੰਮ ਆ, ਪਬਲਿਕ ਦਾ ਵੀ ਕੰਮ ਆ, ਹਰ ਬੰਦੇ ਦਾ ਯੋਗਦਾਨ ਚਾਹੀਦਾ। ਸੋ ਦੇਖੋ, ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜਦੋਂ ਦੇ ਆਪਾਂ ਪ੍ਰੈਸ ਕਾਨਫਰੰਸ ਕਰਨ ਲੱਗੇ ਹਾਂ, ਆਪਾਂ ਨੂੰ ਸਪੈਸੀਫਿਕ ਸਪੌਟਸ ਦੀ ਇਨਫੋਰਮੇਸ਼ਨ ਆਉਣ ਲੱਗੀ ਹੈ। ਲੋਕੀ ਫੋਨ ਕਰਕੇ ਦੱਸਦੇ ਕਿ ਇਸ ਜਗ੍ਹਾ 'ਤੇ ਹੋ ਰਿਹਾ, ਔਰ ਜਿਹੜੀ ਜਗ੍ਹਾ ਦੇ ਉੱਤੇ ਇੱਕ ਵਾਰੀ ਇਨਫੋਰਮੇਸ਼ਨ ਆ ਜਾਂਦੀ ਆ, ਕਾਫੀ ਚਾਂਸ ਹੁੰਦਾ ਕਿ ਫਿਊਚਰ ਦੇ ਵਿੱਚ ਉੱਥੇ ਸਖਤੀ ਹੋ ਕੇ ਖਤਮ ਹੋ ਜਾਂਦਾ ਹੈ। ਸੋ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਇੱਕ ਏਰੀਏ ਦੇ ਵਿੱਚ ਇੱਕ ਵੀਡੀਓ ਸਰਕੂਲੇਟ ਹੋਈ ਸੀ, ਉਸ ਤੋਂ ਬਾਅਦ ਹੁਣ ਤੁਸੀਂ ਫੀਡਬੈਕ ਲਓਗੇ ਤਾਂ ਤੁਹਾਨੂੰ ਉੱਥੋਂ ਪੋਜ਼ਿਟਿਵ ਫੀਡਬੈਕ ਮਿਲੇਗਾ। ਹਰਿਆਣਾ ਸਰਕਾਰ ਨੂੰ ਬੰਬੀਹਾ ਗੈਂਗ ਨੇ ਧਮਕੀ ਦਿੱਤੀ ਹੈ, ਕਿਸੇ ਗੈਂਗਸਟਰ ਦਾ ਘਰ ਢਾਇਆ ਗਿਆ ਸੀ, ਤਾਂ ਕਿਵੇਂ ਦੇਖਦੇ ਹੋ? ਫੇਸਬੁੱਕ ਤੇ ਪੋਸਟਾਂ ਪਾ ਕੇ ਸਿੱਧੀਆਂ ਧਮਕੀਆਂ ਦੇ ਦਿੰਦੇ, ਸਰਕਾਰਾਂ ਨੂੰ ਵੀ ਇਹ ਤਾਂ ਜਿਹੜੀ ਚੀਜ਼ ਹੈ ਜੀ, ਇਹਦੇ 'ਚ ਤਾਂ ਜਿਹੜਾ ਸਾਡਾ ਤਾਂ ਹੁਣ ਦੇਖੋ, ਅਸੀਂ ਤਾਂ ਹਰ ਵਿੰਗ ਜਿਹੜਾ ਇਸੇ ਕੰਮ ਦੇ ਉੱਤੇ ਲੱਗੇ ਹੋਏ ਸਰ, ਹਾਂ। ਕਿਉਂਕਿ ਹੁਣ ਲਗਾਤਾਰ ਕੰਟੀਨਿਊਸਲੀ ਆਪਸ 'ਚ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਕਿ ਪਹਿਲਾਂ ਬੰਬੀਹਾ ਗਰੁੱਪ ਆਉਂਦਾ, ਫਿਰ ਉਸ ਤੋਂ ਬਾਅਦ ਗੋਲਡੀ ਬਰਾੜ ਆਉਂਦਾ। ਇਹਨਾਂ ਦੀ ਆਥੈਂਟਿਸਿਟੀ ਵੀ ਪਤਾ ਨਹੀਂ ਹੈ ਜੀ, ਕਿੰਨੀ ਕੁ ਆਥੈਂਟਿਸਿਟੀ ਹੈ, ਕਿੱਥੋਂ ਕਿਹੜੀ ਪੋਸਟ ਆਉਂਦੀ ਆ, ਉਹਦੀ ਕੀ ਆਥੈਂਟਿਸਿਟੀ ਹੁੰਦੀ ਹੈ, ਅਜੇ ਤੱਕ ਕੋਈ ਕਲੈਰਿਟੀ ਨਹੀਂ ਹੈ ਉਹਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਵੀ ਏਰੀਆ ਦੇ ਵਿੱਚ ਜ਼ਿਆਦਾ ਨਸ਼ੇ ਜਾਂ ਕੁਝ ਵੀ ਮਿਲਦੇ ਨੇ ਤਾਂ ਉਸ ਤਰੀਕੇ ਦੇ ਐਸਐਚਓ, ਐਸਐਸਪੀ ਜਾਂ ਕਿਸੇ ਵੀ ਪੁਲਿਸ ਅਧਿਕਾਰੀ ਤੇ ਕਾਰਵਾਈ ਕੀਤੀ ਜਾਏਗੀ। ਹਾਲੇ ਤੱਕ ਕਿਸੇ ਸਿੰਗਲ ਪੁਲਿਸ ਆਫੀਸਰ ਤੇ ਕੋਈ ਕਾਰਵਾਈ ਦੇਖੋ, ਇਹ ਟਾਈਮ, ਦੇਖੋ ਹਰ ਇੱਕ ਨੂੰ ਨਾ ਇੱਕ ਵਕਤ ਦੇਣਾ ਹੁੰਦਾ ਹੈ, ਤੁਸੀਂ ਟਾਈਮ ਦੇਣਾ ਹੁੰਦਾ ਹੈ ਕਿ ਤੁਸੀਂ ਉਹਨੂੰ ਹੁਣ ਜੇ ਆਪਾਂ 3 ਮਹੀਨੇ ਦੀ ਗੱਲ ਕੀਤੀ ਆ, ਆਪਾਂ ਜ਼ਿਲ੍ਹਾ ਵਾਈਜ਼ ਕਰਦੇ ਆ, ਜਿਹੜੇ ਜ਼ਿਲ੍ਹਿਆਂ ਦੇ ਕਮਿਸ਼ਨਰਸ ਨੇ ਜਾਂ ਜ਼ਿਲ੍ਹਿਆਂ ਦੇ ਐਸਐਸਪੀਜ਼ ਨੇ ਉਹ ਪੁਲਿਸ ਸਟੇਸ਼ਨ ਵਾਈਜ਼ ਕਰਦੇ ਆ, ਉਹਨੂੰ ਪੁਲਿਸ ਪੋਸਟ ਵਾਈਜ਼ ਕਰਦੇ ਆ। ਸੋ ਥੋੜਾ ਟਾਈਮ ਚਾਹੀਦਾ ਹੁੰਦਾ ਹਰ ਇੱਕ ਨੂੰ। ਤਿੰਨ ਨਹੀਂ ਮੈਂ ਕਹਿੰਦਾ ਕੀ ਡੈਡਲਾਈਨ ਆ, ਬਟ 3 ਮਹੀਨੇ ਆਪਾਂ ਨੂੰ, ਅਜੇ 3 ਮਹੀਨੇ ਹੋਏ ਆ ਇਸ ਕੈਂਪੇਨ ਨੂੰ ਸ਼ੁਰੂ ਕੀਤੇ ਹੋਏ। ਕੋਈ ਇੱਕ ਹਫ਼ਤਾ ਚੰਗੀ ਅਚੀਵਮੈਂਟ ਦਿੰਦਾ ਵਾ, ਕਿਸੇ ਨੂੰ 15 ਦਿਨ ਲੱਗਦੇ ਆ, ਕਿਸੇ ਨੂੰ 20 ਦਿਨ ਲੱਗਦੇ ਆ। ਸੋ ਇੱਕ ਟਾਈਮ ਆ, ਇਹ ਅਜੇ ਤਾਂ ਸਾਰਿਆਂ ਨੂੰ ਮੋਨੀਟਰ ਕਰ ਰਹੇ ਆ, ਪਰ ਅਜੇ ਤੱਕ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਵੱਲੋਂ ਨੈਗਲੀਜੈਂਸ ਹੋਵੇ। ਸਰ, ਇੱਕ ਸਵਾਲ ਹੋ ਰਿਹਾ ਕਿ ਪਟਿਆਲਾ 'ਚ ਤੈਨਾਤ ਇੱਕ ਡੀਐਸਪੀ ਦੇ ਮਾਮਲਾ ਦਰਜ ਹੋ ਗਿਆ ਸਰ, 376/500। ਉਹ ਤਾਂ ਕੋਈ ਪ੍ਰਾਈਵੇਟ ਕਿਸੇ ਨੇ ਕੰਪਲੇਂਟ ਕੀਤੀ ਹੈ ਜੀ, ਜੋ ਲਾਅ ਦੇ ਮੁਤਾਬਕ ਬਣਦਾ ਹੈ ਉਹ ਐਫਆਈਆਰ ਦਰਜ ਹੋ ਗਈ ਆ। ਫਰਦਰ ਜੋ ਇਨਵੈਸਟੀਗੇਸ਼ਨ ਜਿਹੜੀ ਆ ਉਹਦੀ ਤੱਥਾਂ ਦੇ ਆਧਾਰ ਤੇ ਕੀਤੀ ਜਾਏਗੀ, ਜੋ ਸਹੀ ਹੋਏਗਾ ਉਹ ਹੋ ਜਾਏਗਾ। ਨਹੀਂ, ਇੰਨਾ ਸਪੈਸੀਫਿਕ ਨਹੀਂ। ਇੱਕ ਸੈਂਸਿਟਿਵ ਮੈਟਰ ਹੁੰਦਾ ਜਦੋਂ ਤੁਸੀਂ ਪਰਚਾ ਕੱਟਦੇ ਹੋ ਐਂਡੀ ਜੋ ਵੀ ਹੈ, ਉਸ ਤੋਂ ਬਾਅਦ ਅਦਾਲਤ ਜਾਂਦਾ ਹੈ। ਜਿਨ੍ਹਾਂ ਅਦਾਲਤਾਂ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਜਿਹੜੀ ਹੈ ਜੋ ਵੀ ਹੈ ਰਿਪੋਰਟਾਂ ਕਰਕੇ ਜਿਹੜੀ ਬਰੀ ਹੋ ਜਾਂਦੇ ਨੇ, ਜਿਹੜੀ ਮੈਟਰ ਬੜੇ ਦੇਖੋ ਜਿਹੜੇ ਕੇਸ ਇਹਦੇ 'ਚ ਹਾਂ, ਮੈਂ ਤੁਹਾਡਾ ਕੁਐਸਚਨ ਸਮਝ ਗਿਆ ਬਾਜਵਾ ਜੀ। ਜਿਹੜੇ ਕੇਸ ਵੀ ਬਰੀ ਹੁੰਦੇ ਆ ਉਹਦੇ ਵਿੱਚ ਇੱਕ ਕਮੇਟੀ ਬਣੀ ਹੁੰਦੀ ਹੈ ਜਿਹਦੇ ਵਿੱਚ ਪ੍ਰੋਸੀਕਿਊਸ਼ਨ ਦਾ ਵੀ ਇੱਕ ਆਫੀਸਰ ਹੁੰਦਾ ਹੈ, ਪੁਲਿਸ ਦਾ ਆਫੀਸਰ ਹੁੰਦਾ ਹੈ। ਉਹ ਹਰ ਜਜਮੈਂਟ ਨੂੰ ਐਨਾਲਾਈਜ਼ ਕਰਦੇ ਆ। ਫਿਰ ਉਹ ਜਜਮੈਂਟ ਨੂੰ ਐਨਾਲਾਈਜ਼ ਕਰਕੇ ਦੇਖਿਆ ਜਾਂਦਾ ਕਿ ਇਹਦੇ ਵਿੱਚ ਕੀ ਇਹ ਟੈਕਨੀਕਲ ਗਰਾਊਂਡਸ 'ਤੇ ਬਰੀ ਹੋ ਗਿਆ ਜਾਂ ਕਿਸੇ ਪੁਲਿਸ ਅਫੀਸ਼ੀਅਲ ਦੀ ਜਾਂ ਪ੍ਰੋਸੀਕਿਊਸ਼ਨ ਦੀ ਜਾਂ ਕਿਸੇ ਦੀ ਗਲਤੀ ਆ। ਜਿੱਥੇ ਕਿਸੇ ਦੀ ਗਲਤੀ ਇਸਟੈਬਲਿਸ਼ ਹੁੰਦੀ ਆ ਉਹਦੇ ਖਿਲਾਫ ਕਾਰਵਾਈ ਵੀ ਹੁੰਦੀ ਆ। ਔਰ ਇੱਦਾਂ ਦੇ ਕੇਸਿਸ ਆਉਂਦੇ ਆ ਜਿਹਦੇ ਵਿੱਚ ਮੁਕੱਦਮਾ ਬਰੀ ਹੋਣ ਤੋਂ ਬਾਅਦ ਦੇ ਵਿੱਚ ਇਨਵੈਸਟੀਗੇਟਿੰਗ ਆਫੀਸਰਸ ਤੇ ਈਵਨ ਕਈ ਕੇਸਿਸ ਦੇ ਵਿੱਚ ਡੀਐਸਪੀ ਰੈਂਕ ਤੱਕ ਦੇ ਆਫੀਸਰਸ ਤੇ ਕਾਰਵਾਈ ਹੋਈ ਆ। ਸੋ ਹਰ ਕੇਸ ਨੂੰ ਦੇਖਿਆ ਜਾਂਦਾ, ਔਰ ਜਿਹੜੇ ਸੈਂਸੇਸ਼ਨਲ ਕੇਸ ਆ ਜਾਂ ਐਨਡੀਪੀਐਸ ਐਕਟ ਦੇ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਆ ਉਹਨਾਂ ਨੂੰ ਹੋਰ ਸੀਰੀਅਸਲੀ ਦੇਖਿਆ ਜਾਂਦਾ ਹੈ। ਸੋ ਹਰ ਕੇਸ ਦੀ ਜਿਹੜੀ ਆ ਉਹ ਐਨਾਲਿਸਿਸ ਹੁੰਦਾ ਹੈ, ਔਰ ਜਿੱਥੇ ਕਿਸੇ ਦੀ ਗਲਤੀ ਹੁੰਦੀ ਉਹਦੇ ਖਿਲਾਫ ਕਾਰਵਾਈ ਵੀ ਹੁੰਦੀ ਹੈ। ਗਿਰ ਸਾਹਿਬ, ਆਪਾਂ ਨਸ਼ਿਆਂ ਦੀ ਗੱਲ ਕਰਦੇ ਸੀਗੇ ਵੀ ਆਮ ਤੌਰ ਤੇ ਪਿੱਛੇ ਜਿਹੇ ਵੀ ਟੈਸਟ ਕਰਾਏ ਸੀ ਪੰਜਾਬ ਪੁਲਿਸ ਦੇ ਜਵਾਨਾਂ ਦੇ, ਉਹਦੇ ਵਿੱਚ ਡੋਪ ਟੈਸਟ ਜਿਹੜੇ ਹੈਗੇ ਆ, ਕਿੰਨੇ ਕੁ ਨਸ਼ੇੜੀ ਹੁਣ ਤੱਕ ਹੈਗੇ ਨੇ ਜਿਹੜੇ ਗਿਣਤੀ ਹੈ? ਐਸ ਸੱਚ ਅਜੇ ਹੁਣ ਰੀਸੈਂਟਲੀ ਨਹੀਂ ਕੋਈ ਹੋਇਆ। ਸੋ ਇਹ ਉਦੋਂ ਇੱਕ ਵਾਰੀ ਇੱਕ ਐਕਸਰਸਾਈਜ਼ ਕੁਝ ਦੇਰ ਪਹਿਲਾਂ ਹੋਈ ਸੀਗੀ, ਉਹਦੇ ਵਿੱਚ ਪਰਸੈਂਟੇਜ ਇਸ ਟਾਈਮ ਮੈਂ ਦੱਸ ਨਹੀਂ ਪਾਵਾਂਗਾ, ਪਰ ਜਿੱਦਾਂ ਔਨ ਐਨ ਐਵਰੇਜ 10-12
ਬੰਦੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਆਏ ਸੀਗੇ, ਉਹਨਾਂ ਦੇ ਵਿੱਚੋਂ ਕਈਆਂ ਦੇ ਖਿਲਾਫ ਐਕਸ਼ਨ ਵੀ ਲਿਆ ਗਿਆ ਸੀ, ਕਈਆਂ ਨੂੰ ਰੀਹੈਬਿਲਿਟੇਸ਼ਨ, ਦੇਖੋ ਰੀਹੈਬਿਲਿਟੇਸ਼ਨ ਦਾ ਮੌਕਾ ਹਰ ਇੱਕ ਨੂੰ ਦੇਣਾ ਚਾਹੀਦਾ ਹੈ, ਸੋ ਕਈਆਂ ਨੂੰ ਮੌਕਾ ਦਿੱਤਾ ਗਿਆ ਸੀਗਾ। ਉਹਦਾ ਪਰਪਸ ਮੇਨ ਸੁਧਾਰ ਲਿਆਉਣਾ ਸੀਗਾ, ਲੱਭਣਾ ਵੀ ਸੀਗਾ, ਸੁਧਾਰ ਲਿਆਉਣਾ ਵੀ ਸੀਗਾ। ਅਜੇ ਕੋਈ ਇਦਾਂ ਦੀ ਪ੍ਰਪੋਜ਼ਲ ਨਹੀਂ ਹੈਗਾ। ਅਜੇ ਪਹਿਲਾਂ ਤਾਂ ਅਸੀਂ ਆਪ ਇਹ ਲੜਾਈ ਲੜ ਰਹੇ ਕਿ ਇਹਨੂੰ ਪਹਿਲਾਂ ਅਸੀਂ ਸੁਸਾਇਟੀ 'ਚੋਂ ਖਤਮ ਕਰੀਏ, ਉਹਦੇ ਨਾਲ ਨਾਲ ਆਪੇ ਪੁਲਿਸ 'ਚੋਂ ਵੀ ਜੇ ਹੋਏਗਾ ਕਿਤੇ ਤਾਂ ਹੋ ਜਾਏਗਾ ਖਤਮ। ਗਿੱਲ ਸਾਹਿਬ, ਕੱਲ੍ਹ ਦੁਸ਼ਹਿਰੇ ਦਾ ਤਿਉਹਾਰ ਹੈ, ਇੱਕ ਦਿਨ ਪਹਿਲਾਂ ਜਿਸ ਤਰੀਕੇ ਦੀ ਵੈਪਨ ਦੀ ਰਿਕਵਰੀ ਹੋਈ ਹੈਗੀ, ਲੱਗਦਾ ਕਿ ਪੰਜਾਬ ਫੈਸਟੀਵਲ ਸੀਜ਼ਨ 'ਚ ਤਾਂ ਫਿਰ ਬਿਲਕੁਲ ਸੇਫ ਹੋਏਗਾ ਜੀ। ਇਹ ਦੇਖੋ, ਇਹ ਜਿਹੜਾ ਇਹ ਜਿੱਦਾਂ ਮੈਂ ਪਹਿਲਾਂ ਕਿਹਾ ਪ੍ਰੋਐਕਟਿਵਨੈਸ ਹੁੰਦੀ ਹੈ। ਇਹ ਜਿਹੜੇ ਜਿੰਨੀਆਂ ਸਾਡੀਆਂ ਜਿਹੜੀਆਂ ਏਜੰਸੀਜ਼ ਨੇ, ਜਿਹੜੀਆਂ ਸਾਡੇ ਵਿੰਗਸ ਨੇ ਜਿਹੜੇ ਇਸ ਕੰਮ ਤੇ ਲੱਗੇ ਹੋਏ ਆ, ਸੋ ਇਸੇ ਲਈ ਆ ਕਿ ਜਿਹੜੇ ਤਿਉਹਾਰ ਆ, ਹੁਣ ਦੁਸ਼ਹਿਰਾ ਆਉਣਾ ਹੈ, ਦੀਵਾਲੀ ਆਉਣੀ ਆ, ਕਿ ਇਹ ਬਿਲਕੁਲ ਸੇਫ ਹੋਣ ਲੋਕਾਂ ਵਾਸਤੇ ਇਹ ਤਿਉਹਾਰ। ਗਿੱਲ ਸਾਹਿਬ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਪਿਛਲੇ ਦਿਨਾਂ ਦੇ ਵਿੱਚ ਮੂਵਮੈਂਟ ਕੁਝ ਚੱਲ ਰਹੀਆਂ ਨੇ, ਰੋਡੇ ਪਿੰਡ ਦੇ ਵਿੱਚ ਸਮਾਗਮ ਹੋ ਰਹੇ ਨੇ, ਹੋਰ ਬਹੁਤ ਸਾਰੇ, ਪੰਜਾਬ ਪੁਲਿਸ ਕਿਵੇਂ ਵਾਚ ਕਰ ਰਹੀ ਹੈ ਉਹਨਾਂ ਪ੍ਰੋਗਰਾਮਾਂ ਨੂੰ ਔਰ ਉਹਨਾਂ ਲੋਕਾਂ ਨਹੀਂ, ਅਸੀਂ ਸਾਰੀਆਂ ਚੀਜ਼ਾਂ ਦੇ ਵਾਸਤੇ ਅਵੇਅਰ ਹਾਂ ਜੀ। ਜਿਹੜੀ ਮੇਨ ਕੰਮ ਸਾਡਾ, ਦੇਖੋ ਪੁਲਿਸ ਦਾ ਕੰਮ ਕੀ ਹੁੰਦਾ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਤੇ ਲੋਕਾਂ ਦੀ ਸਿਕਿਉਰਿਟੀ ਨੂੰ ਇਨਸ਼ੋਰ ਕਰਨਾ। ਉਹਦੇ ਵਾਸਤੇ ਜੋ ਕਰਨਾ ਪਏਗਾ ਪੰਜਾਬ ਪੁਲਿਸ ਨੂੰ ਕਰ ਵੀ ਰਹੀ ਹੈ ਔਰ ਕਰੇਗੀ ਵੀ। ਗਿੱਲ ਸਾਹਿਬ ਲੱਖੇ ਸਿਧਾਣੇ ਤੇ ਜਦੋਂ ਪਰਚਾ ਆਇਆ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਹੋਰਾਂ ਨੇ ਕਿਹਾ, ਕਹਿੰਦੇ ਕਿ ਇਹ ਨਹੀਂ ਹੋਣਾ ਚਾਹੀਦਾ, ਤੇ ਉਹ ਲੱਖੇ ਮੈਨੂੰ ਭਾਜੀ ਇਸ ਕੇਸ ਬਾਰੇ ਨਾ ਭਾਈ ਸਾਹਿਬ ਨੌਲੇਜ ਨਹੀਂ ਆ। ਸਰ ਨਾਮ ਲੰਡਾ ਹਰੀਕੇ ਦਾ ਨਾਮ ਜੁੜਦਾ ਪਿਆ ਉਹਦੇ ਨਾਲ। ਦੇਖੋ, ਲੰਡਾ ਹਰੀਕੇ ਨੂੰ ਲੈ ਕੇ ਟਵੀਟ ਵੀ ਕੀਤਾ। ਇਸ ਕੇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ। ਮੈਂ ਤਰਨਤਾਰਨ ਤੋਂ ਪਤਾ ਕਰਕੇ ਫਿਰ ਤੁਹਾਨੂੰ ਦੱਸ ਸਕਦਾ, ਮੈਨੂੰ ਬਿਲਕੁਲ ਨੌਲੇਜ ਨਹੀਂ ਕਿਹੜਾ ਸਰ ਅੱਜ ਵੀ ਬਟਾਲਾ 'ਚ ਫਾਇਰਿੰਗ ਹੋਈ ਹੈ, ਇਹ ਲਾਅ ਐਂਡ ਆਰਡਰ ਨੂੰ ਲੈ ਕੇ ਸਰ ਪੰਜਾਬ ਪੁਲਿਸ ਕੀ ਕਰ ਰਹੀ ਹੈ? ਜੀ ਕਬੱਡੀ ਖਿਡਾਰੀ ਦੇ ਫਾਇਰਿੰਗ ਹੋਈ ਹੈ ਬਟਾਲਾ 'ਚ, ਹਾਲਾਂਕਿ ਆਪਸ ਦੀ ਲੜਾਈ ਸੀਗੀ, ਲੇਕਿਨ ਹਰ ਗੱਲ ਤੇ ਫਾਇਰਿੰਗ ਹੋ ਜਾਂਦੀ ਹੈ, ਹਰ ਗੱਲ ਤੇ ਮਤਲਬ ਇਹ ਸਾਰੀ ਚੀਜ਼ਾਂ ਹੋ ਰਹੀ। ਲਾਅ ਐਂਡ ਆਰਡਰ ਬਾਰ-ਬਾਰ ਦੇਖੋ, ਪੰਜਾਬ ਇਹ ਪੁਲਿਸ ਜਿਹੜਾ ਨਾ ਕਹਿੰਦੀ ਦੇਖੋ ਮੇਨਟੇਨ ਕੀਤਾ। ਪ੍ਰੀਵੈਂਟਿਵ ਸਭ ਤੋਂ ਪਹਿਲਾਂ ਹੁੰਦਾ ਹੈ। ਜੇ ਕੋਈ ਕਰਦਾ ਹੈ ਤਾਂ ਉਹਦੇ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਹੈ। ਜੇ ਕੋਈ ਕੇਸ ਹੁੰਦਾ ਉਹਦੀ ਡਿਟੈਕਸ਼ਨ ਤੇ ਜ਼ੋਰ ਲਾਉਣਾ ਚਾਹੀਦਾ। ਇਹ ਤਾਂ ਕਨਸਟੈਂਟ ਸਟਰਗਲ ਹੈ ਜੀ। ਇਹ ਤਾਂ ਇੱਕ ਮਤਲਬ ਇਹਦੇ ਤੇ ਤਾਂ 24 ਘੰਟੇ ਐਫਰਟ ਕਰਨ ਦੀ ਜ਼ਰੂਰਤ ਹੈ। ਕੱਲ ਪਰਸੋਂ ਦੀ ਖਬਰ ਹੈ, ਰਫਾਈਲ ਖੋ ਕੇ ਭੱਜ ਆਇਆ ਸੀ, ਕਹਿੰਦੇ ਉਹ ਤਾਂ ਤੁਸੀਂ ਪੜ੍ਹ ਹੀ ਲਿਆ ਜੀ, ਉਹ ਤਾਂ ਹੋ ਗਿਆ ਜੀ, ਉਹ ਤਾਂ ਇੰਡੀਵਿਜੂਅਲ ਕੇਸ ਸੀਗਾ ਜੀ। ਹਰ ਸਵਾਲ ਦਾ ਜਵਾਬ ਹੋਵੇ ਤਾਂ ਨਹੀਂ ਸਰ, ਅੱਜ ਬੜਾ ਵਧੀਆ ਤਰੀਕੇ ਨਾਲ ਜਦੋਂ ਪਹਿਲਾਂ ਤਿਆਰੀ ਕਰਕੇ ਬੰਦਾ ਆਉਂਦਾ ਜੀ। ਕੋਈ ਗੱਲ ਨਹੀਂ। ਸਰ ਟੀਨੂ ਦਾ ਵਕੀਲ ਵਾਰ-ਵਾਰ ਇਹ ਕਹਿੰਦਾ ਕਿ ਪੰਜਾਬ ਪੁਲਿਸ ਟੀਨੂ ਦਾ ਐਨਕਾਊਂਟਰ ਕਰਨ ਦੀ ਤਿਆਰੀ ਕਰ ਰਹੀ ਹੈ, ਔਰ ਇਹ ਇੱਕ ਮੈਸੇਜ ਬਾਹਰ ਲੋਕਾਂ 'ਚ ਵੀ ਜਾਂਦਾ ਹੈਗਾ ਕਿ ਬਾਕੀ ਕੀ ਇਹਦੇ 'ਚ ਹਕੀਕਤ ਕੀ ਹੈ, ਇਹ ਵਕੀਲ ਸਾਹਿਬ ਕਹਿੰਦੇ ਆ। ਤੁਹਾਨੂੰ ਮੇਰੇ ਤੋਂ ਜ਼ਿਆਦਾ ਹੀ ਪਤਾ ਹੈ ਜੀ, ਸਾਰਿਆਂ ਨੂੰ ਪਤਾ ਹੀ ਹੈ ਜੀ। ਉਹ ਤਾਂ ਜੇ ਇਦਾਂ ਦਾ ਹੁਣ ਇੰਨੇ ਅਫਸਰ ਦੀ ਨੈਗਲੀਜੈਂਸ ਆ ਗਈ, ਕਨਾਈਵੈਂਸ ਆ ਗਈ, ਸਾਰਾ ਕੁਝ ਤਾਂ ਕਲੀਅਰ ਹੈ ਜੀ ਇਹਦੇ ਵਿੱਚ। ਠੀਕ ਹੈ, ਥੈਂਕ ਯੂ।